ਜੀ। ਅਨਡਾਊਟਡਲੀ ਕੈਨੇਡੀਅਨ ਬਾਰਡਰਸ ਫੁੱਲੀ ਨਹੀਂ ਖੁੱਲੇ ਹੈਗੇ ਅਜੇ ਤੱਕ। ਅਜੇ ਤੱਕ ਉਹ ਮਾਹੌਲ ਨਹੀਂ ਬਣਿਆ ਜਿਹੋ ਜਿਹਾ ਸਾਲ ਤੋਂ ਪਹਿਲਾਂ ਸੀਗਾ ਕਿ ਜਿਹੜਾ ਮਰਜ਼ੀ ਬੰਦਾ ਜਦੋਂ ਉਹਦੇ ਕੋਲ ਵੀਜ਼ਾ ਆ ਗਿਆ ਉਹ ਕੈਨੇਡਾ ਐਂਟਰ ਕਰ ਸਕੇ। ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਟੇਕ ਸ਼ੁਰੂ ਹੋਣੇ ਨੇ, ਵਿਦਿਆਰਥੀਆਂ ਨੇ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੀ ਧਰਤੀ ਵੱਲ ਰੁਖ ਕਰਨਾ ਹੈਗਾ, ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਕਿਹੋ ਜਿਹੇ ਮੌਕੇ ਹੈਗੇ ਨੇ ਇਸ ਵੇਲੇ ਜਿਹੜੇ ਕੈਨੇਡਾ ਦੀ ਧਰਤੀ 'ਤੇ ਆਣ ਕੇ ਪੜ੍ਹਨਾ ਚਾਹੁੰਦੇ ਨੇ, ਜਾਂ ਕਿਸ ਤਰੀਕੇ ਨਾਲ ਉਹ ਇੱਥੇ ਆ ਸਕਦੇ ਨੇ? ਸਟੂਡੈਂਟਸ ਦਾ ਭਵਿੱਖ ਬਹੁਤ ਉਜਵਲ ਆ। ਸਟੂਡੈਂਟਸ ਕੈਨੇਡਾ ਦੀ ਜਿਹੜੀ ਧਰਤੀ ਆ ਉਹ ਖਾਲੀ ਪਈ ਆ, ਜੰਗਲ ਹੀ ਜੰਗਲ ਆ, ਕੁਝ ਸ਼ਹਿਰ ਐਸਟੈਬਲਿਸ਼ ਹੋਏ ਆ, ਸੋ ਦੇ ਨੀਡ ਹਿਊਜ ਅਮਾਉਂਟ ਆਫ ਪਾਪੂਲੇਸ਼ਨ। ਵਰਕ ਪਰਮਿਟ ਦੇ ਵਿੱਚ ਕਿਹੜੀਆਂ ਇਸ ਵੇਲੇ ਸਕੀਮਾਂ ਚੱਲ ਰਹੀਆਂ ਨੇ, ਜਾਂ ਕਿਹੜੇ ਮੌਕੇ ਜਿਹੜੇ ਲੋਕ ਨੇ ਉਹ ਗ੍ਰੈਬ ਕਰ ਸਕਦੇ ਨੇ? ਜਿਹੜੇ ਬੰਦੇ ਇਸ ਟਾਈਮ ਪੰਜਾਬ ਬੈਠੇ ਨੇ ਉਹਨਾਂ ਦੀ ਸਿਰਫ ਫਾਈਲਿੰਗ ਤੇ ਕੰਮ ਹੋ ਸਕੇਗਾ। ਵਰਕ ਪਰਮਿਟ ਸਬਮਿਸ਼ਨਸ ਇਸ ਲਈ ਨਹੀਂ ਕਰ ਪਾ ਰਹੇ ਹੈਗੇ ਕਿਉਂਕਿ ਅਗਰ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਹੈਗੀ ਤੇ ਉਹ ਸਾਰਾ ਦਾ ਸਾਰਾ ਜਿਹੜਾ ਪ੍ਰੋਸੈਸ ਆ ਉਹ ਕੀਤਾ ਵੇਸਟ ਆ। ਸੋ ਤੁਹਾਡੀ ਮਿਹਨਤ ਵੀ ਵੇਸਟ, ਸਾਡੀ ਮਿਹਨਤ ਵੀ ਵੇਸਟ। ਬਹੁਤ ਸਾਰੀਆਂ ਠੱਗੀਆਂ ਵੀ ਲਗਾਤਾਰ ਵੱਜ ਰਹੀਆਂ ਨੇ। ਤੁਸੀਂ ਇਸ ਪੂਰੀ ਇੰਡਸਟਰੀ ਦੇ ਨਾਲ ਜਾਣਕਾਰੀ ਆਪਣੇ ਕੋਲ ਰੱਖਦੇ ਹੋ, ਪੂਰੀ ਇੰਡਸਟਰੀ ਦੀ, ਕਿਸ ਤਰੀਕੇ ਦਾ ਇਸ ਪੂਰੇ ਮਾਹੌਲ ਦੇ ਵਿੱਚ ਕਿਸ ਤਰੀਕੇ ਨਾਲ ਠੱਗੀਆਂ ਵੱਜ ਰਹੀਆਂ ਨੇ। ਅਖੀਰ ਤੇ ਆਪਣੇ ਵੱਲੋਂ ਕੋਈ ਸੁਝਾਅ ਦੇਣਾ ਹੋਵੇ ਲੋਕਾਂ ਨੂੰ ਜਿਹੜੇ ਇਸ ਵੇਲੇ ਕੈਨੇਡਾ ਆਉਣਾ ਚਾਹੁੰਦੇ ਨੇ, ਤਾਂ ਉਹ ਕਿਹੜੀਆਂ ਚੀਜ਼ਾਂ ਤੋਂ ਸਾਵਧਾਨ ਰਹਿਣ ਤਾਂ ਜੋ ਉਹਨਾਂ ਦਾ ਕੋਈ ਵੀ ਨੁਕਸਾਨ ਜਿਹੜਾ ਹੈ ਉਹ ਨਾ ਹੋਵੇ? ਅਗਰ ਆਪਾਂ ਆਪਣਾ ਕਰੀਅਰ ਕਿਸੇ ਬੰਦੇ ਦੇ ਹੱਥ 'ਚ ਦੇ ਰਹੇ ਹਾਂ, ਪਹਿਲਾਂ ਸਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਉਹ ਬੰਦਾ ਕੀ ਹੈਗਾ ਆ, ਉਹ ਕੰਪਨੀ ਕੀ ਚੀਜ਼ ਹੈਗੀ ਆ। ਕੈਨੇਡਾ ਦੀ ਸਰਕਾਰ ਦੀ ਇੱਕ ਰੈਗੂਲੇਟਡ ਬੋਡੀ ਆ ਜਿਹਨੂੰ ICCRC ਕਹਿੰਦੇ ਆ। ਤੁਸੀਂ ਗੂਗਲ ਤੇ ਜਾਓ, ਮੇਰੀ ਵੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਗੂਗਲ ਤੇ ਜਾਓ, ਲਿਖੋ ਉਸ ਦੇ ਉੱਤੇ ਕਿ ਸੰਦੀਪ ਸਿੰਘ ICCRC, ਸਿਰਫ ਇੰਨਾ ਵੀ ਲਿਖੋਗੇ ਤਾਂ ਉਸ ਦੇ ਵਿੱਚ ਆਊਗਾ ਤੁਹਾਡੇ ਕੋਲ ICCRC ਦਾ ਇੱਕ ਲਿੰਕ ਆਉਂਦਾ ਹੈ। ਜਸਟ ਕਲਿੱਕ ਦੈਟ ਲਿੰਕ ਕਿ ਉੱਥੇ ਕਿ ਨਾਮ ਹੈ ਸੰਦੀਪ ਕੋਲ ਸੱਚੀ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਆ। ਅਗਰ ਤਾਂ ਲਾਇਸੈਂਸ ਹੈਗਾ ਆ ਦੈਨ ਆਈ ਐਮ ਰੈਗੂਲੇਟਡ। ਮੇਰੇ ਉੱਤੇ ਸਰਕਾਰ ਦਾ ਇੱਕ ਡੰਡਾ ਆ। ਅਗਰ ਮੈਂ ਉਸ ਕਿ ਨਾਮ ਹੈ ਸ਼ੈਲਫ ਤੋਂ ਮਾੜਾ ਜਿਹਾ ਵੀ ਇੱਧਰ ਉੱਧਰ ਹੋਣ ਦੀ ਟਰਾਈ ਕਰੂੰਗਾ ਤੇ ਇੱਥੇ ਰਿਸ਼ਵਤ ਦੇ ਕੇ ਕੰਮ ਨਹੀਂ ਸਰਨਾ, ਇੱਥੇ ਮੇਰਾ ਲਾਇਸੈਂਸ ਤੱਕ ਜਾਊਗਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਤੇ ਇਸ ਵਕਤ ਅਸੀਂ ਤੁਹਾਡੇ ਨਾਲ ਹਰੇਕ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਤਾਰਫ ਅਜਿਹੇ ਲੋਕਾਂ ਦਾ ਕਰਵਾਈਏ ਜਿਹੜੇ ਤੁਹਾਨੂੰ ਸਹੀ ਜਾਣਕਾਰੀ ਦੇਣ, ਕਿਉਂਕਿ ਇਸ ਵੇਲੇ ਬਹੁਤ ਸਾਰੇ ਲੋਕ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ, ਲੋਚਦੇ ਨੇ ਉੱਥੇ ਜਾ ਕੇ ਪੜ੍ਹਾਈ ਕਰਨਾ, ਉੱਥੇ ਜਾ ਕੇ ਕੰਮ ਕਰਨਾ, ਜਾਂ ਉੱਥੇ ਪੱਕੇ ਤੌਰ ਤੇ ਰਹਿਣ ਦਾ ਆਪਣਾ ਵਸੀਲਾ ਬਣਾਉਣਾ। ਤਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਨੇ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਸਾਡੇ ਤੱਕ ਬਹੁਤ ਸਾਰੇ ਸੁਝਾਅ ਕਮੈਂਟਾਂ ਦੇ ਜ਼ਰੀਏ ਪਹੁੰਚਦੇ ਨੇ ਕਿ ਸਾਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਧੋਖਾਧੜੀ ਨਾ ਹੋਵੇ ਖਾਸ ਕਰਕੇ। ਤਾਂ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੈਨੇਡਾ ਦੀ ਧਰਤੀ ਤੋਂ ਹੀ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਉਣੀ ਹੈ ਜਿਹੜੇ ਲੰਮੇ ਸਮੇਂ ਤੋਂ ਇਸ ਫੀਲਡ ਦੇ ਨਾਲ ਜੁੜੇ ਹੋਏ ਨੇ, ਤੁਹਾਨੂੰ ਤਮਾਮ ਜਾਣਕਾਰੀ ਦੇਣਗੇ। ਕੈਨੇਡਾ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਸਾਡੇ ਨਾਲ ਸਿੱਧੇ ਤੌਰ 'ਤੇ ਜੁੜੇ ਨੇ ਸੰਦੀਪ ਸਿੰਘ ਜੀ। ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਸਭ ਤੋਂ ਪਹਿਲਾਂ ਤਾਂ ਅੱਜ ਦੇ ਅਸੀਂ ਹਾਲਾਤਾਂ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਜਿਹੜੇ ਨੇ ਕੈਨੇਡਾ ਦੀ ਧਰਤੀ 'ਤੇ ਜਾਣਾ ਲੋਚਦੇ ਨੇ। ਸਭ ਤੋਂ ਪਹਿਲਾਂ ਇਹੀ ਜਾਣਕਾਰੀ ਤੁਹਾਡੇ ਤੋਂ ਲੈਣੀ ਚਾਹਾਂਗੇ ਕਿ ਮਾਹੌਲ ਕਿਹੋ ਜਿਹਾ, ਕਿਉਂਕਿ ਕਰੋਨਾ ਤੋਂ ਬਾਅਦ ਕਾਫੀ ਹਲਚਲ ਰਹੀ ਹੈ, ਤੇ ਹੁਣ ਕਿਹੋ ਜਿਹੇ ਹਾਲਾਤ ਨੇ, ਕਿਸ ਤਰੀਕੇ ਨਾਲ ਮਾਹੌਲ ਹੈਗਾ, ਤੇ ਗਵਰਨਮੈਂਟ ਜਿਹੜੀ ਕੈਨੇਡਾ ਦੀ ਹੈਗੀ ਆ ਕਿਸ ਤਰੀਕੇ ਨਾਲ ਇਮੀਗ੍ਰੇਸ਼ਨ ਖੋਲ੍ਹ ਰਹੀ ਹੈ, ਕਿਸ ਤਰੀਕੇ ਨਾਲ ਲੋਕਾਂ ਨੂੰ ਸੱਦ ਰਹੀ ਹੈ ਇਸ ਵੇਲੇ? ਭਾਜੀ ਬਹੁਤ ਵਧੀਆ ਸਵਾਲ ਹੈਗਾ। ਪਿਛਲਾ 1 ਸਾਲ ਦੁਨੀਆ ਭਰ ਦੇ ਲੋਕਾਂ ਵਾਸਤੇ ਇੱਕ ਪੈਂਡੇਮਿਕ ਦਾ ਮਾਹੌਲ ਰਿਹਾ ਆ। ਮੇਰਾ ਜਨਮ 84 ਦਾ ਆ ਤੇ ਮੈਂ ਕੈਨੇਡਾ 'ਚ ਜਨਮ ਲਿਆ ਆ, ਤੇ ਬੀਇੰਗ ਅ ਕੈਨੇਡੀਅਨ ਇਹੋ ਜਿਹਾ ਮਾਹੌਲ ਪਿਛਲੇ 30-35 ਸਾਲਾਂ 'ਚ ਮੈਂ ਕਦੀ ਨਹੀਂ ਦੇਖਿਆ, ਜਦੋਂ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ, ਰੈਸਟੋਰੈਂਟਸ 'ਚ ਨਹੀਂ ਜਾ ਸਕਦੇ। ਤੁਹਾਡੇ ਪਿਛਲੇ 1 ਸਾਲ ਦੇ ਵਿੱਚ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਜਿੱਥੇ ਤੱਕ ਸਰਕਾਰ ਦੀ ਗੱਲ ਹੈਗੀ ਆ, ਮੈਂ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਦੇਸ਼ ਦਾ ਵਸਨੀਕ ਹਾਂ ਜਿਸ ਦੇਸ਼ ਨੇ ਹਿਊਮੈਨਿਟੇਰੀਅਨ ਥਾਟ ਨੂੰ ਹਮੇਸ਼ਾ ਅੱਗੇ ਰੱਖਿਆ, ਭਾਵੇਂ ਕਿਤੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੋਵੇ ਜਾਂ ਇਹੋ ਜਿਹੇ ਪੈਂਡੇਮਿਕ ਦੀ ਗੱਲ ਹੋਵੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਟਰੂਡੋ ਸਰਕਾਰ ਨੇ ਇੰਡੀਵਿਜੂਅਲਸ ਨੂੰ, ਕੈਨੇਡੀਅਨ ਸਿਟੀਜ਼ਨਸ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਦੀ ਗੱਲ ਕੀਤੀ, ਉਦੋਂ ਉਹਨਾਂ ਨੇ ਇਸ ਚੀਜ਼ ਦੇ ਉੱਤੇ ਕੋਈ ਵਖਰੇਵਾਂ ਨਹੀਂ ਕੀਤਾ, ਕੋਈ ਡਿਫਰੈਂਸ ਨਹੀਂ ਕ੍ਰੀਏਟ ਕੀਤਾ ਕਿ ਇਹ ਜਿਹੜਾ ਵਿਅਕਤੀ ਆ ਇਹਦਾ ਸਟੇਟਸ ਕੀ ਹੈ ਕੈਨੇਡਾ ਦੇ ਵਿੱਚ, ਸਟੂਡੈਂਟ ਆ ਕਿ ਟੈਂਪਰਰੀ ਵਰਕਰ ਆ ਕਿ PR ਆ। ਅਗਰ ਉਹਨਾਂ ਨੇ $2000 ਕੈਨੇਡੀਅਨ ਸਿਟੀਜ਼ਨ ਨੂੰ ਦਿੱਤੇ ਤੇ $2000 ਉਹਨਾਂ ਨੇ ਸਟੂਡੈਂਟ ਨੂੰ ਵੀ ਦਿੱਤੇ। ਸੋ ਇਹ ਸਾਰੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਸੀ ਇਹ ਕਾਫੀ ਜ਼ਿਆਦਾ ਕੈਨੇਡਾ ਸਰਕਾਰ ਵੱਲੋਂ ਦਿੱਤੀ ਗਈ। ਮੇਰਾ ਖਿਆਲ ਹੈ ਕਿ ਬਹੁਤ ਘੱਟ ਇਹੋ ਜਿਹੇ ਦੇਸ਼ ਨੇ ਜਿੱਥੇ ਬਿਨਾਂ ਕਿਸੇ ਡਿਫਰੈਂਸ ਤੋਂ ਇਸ ਤਰੀਕੇ ਨਾਲ ਮਦਦ ਕੀਤੀ ਗਈ ਹੈ।
ਅਨਡਾਊਟਡਲੀ ਕੈਨੇਡੀਅਨ ਬਾਰਡਰਸ ਫੁੱਲੀ ਨਹੀਂ ਖੁੱਲੇ ਹੈਗੇ ਅਜੇ ਤੱਕ। ਅਜੇ ਤੱਕ ਉਹ ਮਾਹੌਲ ਨਹੀਂ ਬਣਿਆ ਜਿਹੋ ਜਿਹਾ ਸਾਲ ਤੋਂ ਪਹਿਲਾਂ ਸੀਗਾ ਕਿ ਜਿਹੜਾ ਮਰਜ਼ੀ ਬੰਦਾ ਜਦੋਂ ਉਹਦੇ ਕੋਲ ਵੀਜ਼ਾ ਆ ਗਿਆ ਉਹ ਕੈਨੇਡਾ ਐਂਟਰ ਕਰ ਸਕੇ। ਅਜੇ ਕੱਲ ਦੀ ਖਬਰ ਆ ਕਿ ਟਰੂਡੋ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ 22 ਫਰਵਰੀ ਤੋਂ ਜਿਹੜੇ ਵੀ ਬੰਦੇ ਕੈਨੇਡਾ 'ਚ ਐਂਟਰ ਕਰਨਗੇ, ਮੰਨ ਲਓ ਕਿ ਕਿਸੇ ਕੋਲ ਵੀਜ਼ਾ ਹੈਗਾ ਤਾਂ ਐਂਟਰ ਕਰਨਗੇ, ਉਹਨਾਂ ਨੂੰ 3 ਦਿਨ ਕੁਆਰੰਟਾਈਨ ਕਰਨਾ ਪਊਗਾ ਹੋਟਲ ਦੇ ਵਿੱਚ, ਜਿੱਥੇ ਉਹਨਾਂ ਦਾ ਟੈਸਟ ਕੀਤਾ ਜਾਏਗਾ। ਅਗਰ ਉਸ ਟੈਸਟ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਫਿਰ ਉਹ ਆਪਣੀ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਸਕਦੇ ਨੇ। ਔਰ ਅਗਰ ਖੁਦਾ ਨਾ ਖਾਸਤਾ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਅਗਰ ਕਿਸੇ ਦੇ ਕੋਈ ਨਾ ਲਾਈਕ ਮੈਡੀਕਲ ਇਸ਼ੂਜ਼ ਆਉਂਦੇ ਨੇ ਤੇ ਉਹ ਬੰਦੇ ਨੂੰ ਪੂਰਾ 14 ਦਿਨ ਕੁਆਰੰਟਾਈਨ ਕਰਨਾ ਪਊਗਾ ਤੇ ਇਹ ਸਾਰਾ ਖਰਚਾ ਬੰਦੇ ਨੂੰ ਆਪ ਬੇਅਰ ਕਰਨਾ ਪਏਗਾ। ਸੋ ਬਾਰਡਰਸ ਅਜੇ ਫੁੱਲੀ ਓਪਨ ਨਹੀਂ ਕੀਤੇ ਜਾ ਸਕਦੇ। ਬਟ ਜਿੱਥੇ ਤੱਕ ਲੋਕਾਂ ਦੀ ਸਪੋਰਟ ਦੀ ਗੱਲ, ਤੁਸੀਂ ਇੱਕ ਗੱਲ ਹੋਰ ਦੇਖੋ ਕਿ ਅਜੇ ਕੱਲ ਦੀ ਸਟੋਰੀ ਹੈਗੀ ਆ, ਸਰਕਾਰ ਦੀ ਨਿਊਜ਼ ਹੈ ਕਿ ਜਿਹੜੇ ਸਟੂਡੈਂਟਸ ਆਪਣੇ ਵਤਨ 'ਚ ਬੈਠ ਕੇ ਪੜ੍ਹਾਈ ਕਰਦੇ ਪਏ ਨੇ, ਉਹਨਾਂ ਨੂੰ ਆਪਣੀ ਪੂਰੀ ਪੜ੍ਹਾਈ ਆਪਣੇ ਵਤਨ 'ਚ ਬੈਠ ਕੇ ਕਰਨ ਦੀ ਆਗਿਆ ਆ ਤੇ ਉਹਨਾਂ ਨੂੰ ਪੂਰਾ ਵਰਕ ਪਰਮਿਟ ਮਿਲੂਗਾ। ਸਰ ਕਹਿਣ ਦਾ ਭਾਵ ਕਿ ਅਗਰ ਕੋਈ ਵਿਦਿਆਰਥੀ ਆ ਉਹ 2 ਸਾਲ ਦੀ ਪੜ੍ਹਾਈ ਪੰਜਾਬ ਬੈਠੇ ਹੀ ਕਰ ਰਿਹਾ ਹੈ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਪੂਰਾ ਮਿਲੂਗਾ। ਡੈਟ ਮੀਨਸ ਕਿ ਉਹ ਜਦੋਂ ਕੈਨੇਡਾ ਐਂਟਰ ਕਰਦਾ ਹੈ ਤੇ ਉਹ 3 ਸਾਲ ਦਾ ਟਾਈਮ ਪੀਰੀਅਡ ਉਹਦੇ ਕੋਲੇ ਫੁੱਲ ਵਰਕ ਪਰਮਿਟ ਹੋਊਗਾ। ਸੋ ਇਹੋ ਜਿਹੀਆਂ ਕਾਫੀ ਐਗਜ਼ਾਮਪਲਸ ਨੇ ਜਿਸ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਫਰੰਟ ਫੁੱਟ ਤੇ ਆਈ ਹੈਗੀ ਆ ਤੇ ਉਹਨਾਂ ਨੇ ਚੰਗੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ, ਇਸ ਕਰਕੇ ਹੀ ਕੈਨੇਡਾ ਦੀ ਸਰਕਾਰ ਦੀ ਹਮੇਸ਼ਾ ਸ਼ਲਾਘਾ ਹੁੰਦੀ ਹੈ ਕਿ ਉਹ ਮਨੁੱਖਤਾ ਦੀ ਜੇ ਇਸ ਵੇਲੇ ਸਮੱਸਿਆ ਹੈਗੀ ਆ ਤਾਂ ਉਹਨਾਂ ਨੂੰ ਉਹ ਪਹਿਲ ਦੇ ਆਧਾਰ 'ਤੇ ਦੇਖਦੇ ਨੇ, ਤਾਂ ਚਾਹੁੰਦੇ ਨੇ ਕਿ ਕਿਸ ਤਰੀਕੇ ਨਾਲ ਉਸ ਦਾ ਵੱਧ ਤੋਂ ਵੱਧ ਹੱਲ ਕੱਢਿਆ ਜਾਵੇ ਤੇ ਨਾਲ ਦੀ ਨਾਲ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤ ਦੇਣੀ ਆ ਉਹ ਵੀ ਦੇਖਿਆ ਜਾਵੇ। ਭਾਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਅਹਿਮ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰੀਕੇ ਨਾਲ ਹੁਣ ਜੇ ਵੀਜ਼ੇ ਲੱਗ ਰਹੇ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਐਂਟਰੀ ਮਿਲਣੀ ਹੈ, ਕਿੱਦਾਂ 3 ਦਿਨਾਂ ਦੇ ਲਈ ਰੁਕਣਾ ਪੈਣਾ, ਜਾਂ ਫਿਰ ਜੇ ਉਹ ਕਿਸੇ ਵੀ ਬਿਮਾਰੀ ਦੇ ਪੀੜਤ ਪਾਏ ਜਾਂਦੇ ਤਾਂ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਣੀ ਹੈ। ਤਾਂ ਹੁਣ ਇਸ ਵੇਲੇ ਜਦੋਂ ਅਸੀਂ ਗੱਲ ਕਰੀਏ, ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਟੇਕ ਸ਼ੁਰੂ ਹੋਣੇ ਨੇ, ਵਿਦਿਆਰਥੀਆਂ ਨੇ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੀ ਧਰਤੀ ਵੱਲ ਰੁਖ ਕਰਨਾ ਹੈਗਾ, ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਕਿਹੋ ਜਿਹੇ ਮੌਕੇ ਹੈਗੇ ਨੇ ਇਸ ਵੇਲੇ ਜਿਹੜੇ ਕੈਨੇਡਾ ਦੀ ਧਰਤੀ 'ਤੇ ਆਣ ਕੇ ਪੜ੍ਹਨਾ ਚਾਹੁੰਦੇ ਨੇ, ਜਾਂ ਕਿਸ ਤਰੀਕੇ ਨਾਲ ਉਹ ਇੱਥੇ ਆ ਸਕਦੇ ਨੇ? ਸੋ ਜਦੋਂ ਅਸੀਂ ਇਸ ਸਮੇਂ ਗੱਲ ਕਰਦੇ ਪਏ ਹਾਂ, ਹੁਣ ਤੋਂ ਕੁਝ ਕੁ ਮਿੰਟ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਿਆ ਆ ਜਿਸ ਦੇ ਵਿੱਚ 27,000 ਬੰਦੇ ਨੂੰ ਆਈਟੀਏ ਦਿੱਤਾ ਗਿਆ ਆ। ਸੋ ਇਹ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ। ਇੰਨਾ ਵੱਡਾ ਅਮਾਉਂਟ ਆਈਟੀਏਸ ਦਾ ਮੇਰੇ ਦਿਮਾਗ 'ਚ ਨਹੀਂ ਹੈਗਾ ਕਿ ਪਹਿਲਾਂ ਕਿਸੇ ਡਰਾ 'ਚ ਨਿਕਲਿਆ ਹੋਵੇ। 27,000 ਬੰਦੇ ਨੂੰ ਆਈਟੀਏ ਦਿੱਤਾ ਗਿਆ ਤੇ ਮਿਨੀਮਮ ਸੀਆਰਐਸ ਸਕੋਰ 75, ਓਨਲੀ 75, ਕਿੱਥੇ 400 ਦੇ ਲਾਗੇ ਹੁੰਦਾ ਆ। ਸੋ ਸਿਰਫ 75 ਦੇ ਉੱਤੇ ਆ ਕੇ ਉਹ ਸਕੋਰ ਡਿੱਗਿਆ ਆ। ਸੋ ਕੈਨੇਡਾ ਦੀ ਇਹ ਇੱਕ ਖੂਬੀ ਆ ਕਿ ਉਹਨਾਂ ਨੇ ਪਿਛਲੇ ਸਾਲ ਜਦੋਂ ਇਮੀਗ੍ਰੇਸ਼ਨ ਦਾ ਡਿਬੇਟ ਸੀਗੀ ਪਾਰਲੀਮੈਂਟ ਦੇ ਵਿੱਚ, ਉਸ ਦੇ ਵਿੱਚ ਇਹ ਗੱਲ ਕਲੀਅਰ ਕਰਤੀ ਸੀ ਕਿ ਅਗਲੇ 3 ਸਾਲਾਂ ਦੇ ਵਿੱਚ 1.2 ਮਿਲੀਅਨ ਬੰਦੇ ਨੂੰ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ। ਸੋ ਭਾਵ ਕਿ 12 ਲੱਖ ਬੰਦੇ ਨੂੰ ਅਗਲੇ 3 ਸਾਲਾਂ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਣੀ ਹੈ। ਸੋ ਹਰੇਕ ਸਾਲ 4 ਲੱਖ ਬੰਦੇ ਨੂੰ। ਔਰ ਅਗਰ ਤੁਸੀਂ ਜਨਵਰੀ ਤੋਂ ਲੈ ਕੇ ਅੱਜ 13 ਫੈਬਰਵਰੀ ਹੋਈ ਆ, ਤੁਸੀਂ ਨੰਬਰਸ ਦੇਖੋ ਤੇ ਉਹ ਨੰਬਰਸ ਇਸ਼ਾਰਾ ਕਰ ਰਹੇ ਨੇ ਕਿ ਹਾਂ ਕੈਨੇਡੀਅਨ ਗਵਰਨਮੈਂਟ ਦੀ ਡਾਇਰੈਕਸ਼ਨ ਉਸ ਟਾਰਗੇਟ ਨੂੰ ਅਚੀਵ ਕਰਨ ਲਈ ਚੱਲ ਰਹੀ ਹੈ। ਜਿਹੜੇ ਸਟੂਡੈਂਟਸ ਨੇ, ਜਦੋਂ ਆਪਾਂ ਗੱਲ ਸ਼ੁਰੂ ਕੀਤੀ ਸਟੂਡੈਂਟਸ ਦੀ ਕਿ ਸਟੂਡੈਂਟਸ ਦਾ ਭਵਿੱਖ ਕੀ ਹੈ, ਸਟੂਡੈਂਟਸ ਦਾ ਭਵਿੱਖ ਇਸੀ ਗੱਲ ਤੋਂ ਨਜ਼ਰ ਆ ਰਿਹਾ ਆ। ਤੁਸੀਂ ਅੱਜ ਦੇਖੋ, ਅੱਜ ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ, ਇਸ ਟਾਈਮ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦੀ ਪਈ ਹੈ। ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ, ਜਿਹਨੂੰ ਆਪਾਂ ਪੰਜਾਬ ਦੇ ਵਿੱਚ ਸਟੇਟ ਇਲੈਕਸ਼ਨ ਕਹਿ ਦਿੰਦੇ ਆ, ਸਟੇਟ ਇਲੈਕਸ਼ਨ ਦੇ ਵਿੱਚ ਸਭ ਤੋਂ ਹੌਟ ਟਾਪਿਕ ਇਸ ਟਾਈਮ ਇਮੀਗ੍ਰੇਸ਼ਨ ਸੀਗਾ। ਹੋਰ ਉਹ ਵੀ ਨਿਊ ਫਾਊਂਡਲੈਂਡ, ਜਿੱਥੇ ਕਿ ਇਮੀਗ੍ਰੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਥੋੜੀ ਗਿਣੀ ਜਾਂਦੀ ਹੈ। ਸੋ ਇਹ ਇੱਕ ਸਟਰਕਚਰ ਚੇਂਜ ਹੋ ਰਿਹਾ ਆ, ਇੱਕ ਜਿਹੜਾ ਥਾਟ ਆ ਉਹ ਚੇਂਜ ਹੋ ਰਿਹਾ ਆ। ਕੈਨੇਡਾ ਦੀ ਜਿਹੜੀ ਪਾਲਿਸੀਜ਼ ਨੇ ਉਹ ਇਮੀਗ੍ਰੇਸ਼ਨ ਵਾਸਤੇ ਬਹੁਤ ਜ਼ਿਆਦਾ ਸੌਫਟ ਹੋ ਰਹੀਆਂ ਨੇ। ਪਹਿਲਾਂ ਵੀ ਸੌਫਟ ਸੀਗੀਆਂ, ਹੋਰ ਸੌਫਟ ਹੋ ਰਹੀਆਂ ਨੇ। ਉਹ ਹੋਰ ਜ਼ਿਆਦਾ ਨੰਬਰਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। $52 ਬਿਲੀਅਨ ਦਾ ਰੈਵਨਿਊ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਕੈਨੇਡੀਅਨ ਇਕੋਨਮੀ ਦੇ ਵਿੱਚ ਦਿੰਦੇ ਆ। ਸੋ ਹਿਊਜ ਰੈਵਨਿਊ। ਉਹਨੂੰ ਹੀ ਦੇਖਦੇ ਹੋਏ ਕੈਨੇਡਾ ਨੇ ਸਟੱਡੀ ਪਰਮਿਟਸ, ਭਾਵੇਂ ਉਹ ਸਟੂਡੈਂਟਸ ਨੇ ਉਹਨਾਂ ਨੂੰ ਆਨਲਾਈਨ ਵਾਲੀ ਸਿਚੁਏਸ਼ਨ ਦਿੱਤੀ, ਭਾਵੇਂ ਫੁੱਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਾ ਸਹਾਰਾ ਦਿੱਤਾ। ਅੱਜ ਦਾ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਆ ਉਹ ਉਹਦੇ ਵੱਲ ਇਸ਼ਾਰਾ ਕਰ ਰਿਹਾ। ਸੋ ਸਟੂਡੈਂਟਸ ਦਾ ਭਵਿੱਖ ਬਹੁਤ ਉਜਵਲ ਆ। ਸਟੂਡੈਂਟਸ, ਕੈਨੇਡਾ ਦੀ ਜਿਹੜੀ ਧਰਤੀ ਆ ਉਹ ਖਾਲੀ ਪਈ ਆ
ਜੰਗਲ ਹੀ ਜੰਗਲ ਆ ਕੁਝ ਸ਼ਹਿਰ ਐਸਟੈਬਲਿਸ਼ ਹੋਏ ਆ ਸੋ ਦੇ ਨੀਡ ਹਿਊਜ ਅਮਾਉਂਟ ਆਫ ਪੋਪੂਲੇਸ਼ਨ ਕੈਨੇਡਾ ਨੂੰ ਮੈਨ ਪਾਵਰ ਦੀ ਲੋੜ ਆ ਉਹ ਕੁਆਲਿਟੀ ਮੈਨ ਪਾਵਰ ਲੱਭਦੇ ਨੇ ਕੁਆਲਿਟੀ ਮੈਨ ਲਾਈਕ ਵਰਕਫੋਰਸ ਲੱਭ ਰਹੇ ਨੇ ਸੋ ਅਗਰ ਕੋਈ ਜੋ ਸਟੂਡੈਂਟ ਉਹਦੀ ਪ੍ਰੋਫਾਈਲ ਚੰਗੀ ਆ ਤੇ ਸਟੱਡੀ ਪਰਮਿਟਸ ਉਹਨੂੰ ਲੈਣਾ ਚਾਹੀਦਾ ਆ ਕੇ ਇੱਥੇ ਪੜ੍ਹਾਈ ਕਰੇ 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ 3 ਸਾਲ ਦਾ ਵਰਕ ਪਰਮਿਟ ਲਵੇ ਇੰਨਾ ਹੀ ਨਹੀਂ ਅਗਰ ਕੋਈ ਬੰਦਾ ਮੈਰਿਡ ਆ ਤਾਂ ਕੈਨੇਡਾ ਦੀ ਸਰਕਾਰ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਸਪੋਰਟ ਨਾਲ ਦਿੰਦੀ ਹੈਗੀ ਆ ਸੋ ਮੰਨ ਲਓ ਕਿ ਅਗਰ ਕੋਈ ਸਟੂਡੈਂਟ ਆ ਤੇ ਉਹ ਕੈਨੇਡਾ ਚ ਜਦੋਂ ਐਂਟਰ ਕਰਦਾ ਆ 3 ਮਹੀਨੇ ਪੜ੍ਹਾਈ ਕਰੇ ਉਸ ਤੋਂ ਬਾਅਦ ਸਪਾਊਜ਼ਲ ਓਪਨ ਵਰਕ ਪਰਮਿਟ ਲਗਾ ਸਕਦਾ ਵੈਸੇ ਤਾਂ ਨਾਲ ਵੀ ਲਗਾ ਸਕਦਾ ਪਰ ਅਸੀਂ ਐਡਵਾਈਜ਼ ਇਹ ਕਰਦੇ ਆ ਕਿ ਪਹਿਲਾਂ ਇੱਕ ਬੰਦਾ ਲਾਵੇ ਫਿਰ ਸਪਾਊਜ਼ਲ ਓਪਨ ਵਰਕ ਪਰਮਿਟ ਦੂਸਰਾ ਲਗਾਵੇ ਜਾਂ ਕੋਈ ਬੰਦਾ PGWP ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਚਲਾ ਗਿਆ ਆ ਉਹਨੇ ਆਪਣੇ ਸਪਾਊਸ ਨੂੰ ਸੱਦਣਾ ਆ ਉਹਨੂੰ ਨੌਕ ਬੀ ਦੇ ਵਿੱਚ ਜੌਬਸ ਚਾਹੀਦੀਆਂ ਹੁੰਦੀਆਂ ਆ ਅਗਰ ਇਹੋ ਜਿਹੀ ਵੀ ਕੋਈ ਮਦਦ ਚਾਹੀਦੀ ਹੋਵੇ ਤਾਂ ਅਸੀਂ ਉਹਦੇ ਲਈ ਵੀ ਹੈਲਪ ਕਰਦੇ ਹਾਂ ਕਿਉਂਕਿ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਕਿਨਾ ਪਾਰਟਨਰਸ਼ਿਪ 'ਚ ਕੰਮ ਕਰਦੀ ਹੈਗੀ ਆ ਕੈਨੇਡੀਅਨ ਵਰਕਫੋਰਸ ਦੇ ਨਾਲ ਸੋ ਜਿਹੜੀ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਆ ਉਹ ਰਿਕਰੂਟਮੈਂਟ ਦੇ ਵਿੱਚ ਹੈਲਪ ਕਰਦੀ ਸੋ ਸਾਡੇ ਜਿਹੜੇ ਕਲਾਇੰਟਸ ਨੇ ਅਸੀਂ ਉਹਨਾਂ ਦੀ ਅਗਰ ਪੰਜਾਬ ਤੋਂ ਉਂਗਲ ਫੜਦੇ ਹਾਂ ਜਦ ਤੱਕ ਉਹਨਾਂ ਦੀ PR ਨਾ ਹੋ ਜਾਏ ਸਟੂਡੈਂਟ ਦੀ ਤਦ ਤੱਕ ਅਸੀਂ ਉਹਨਾਂ ਨਾਲ ਰਹਿੰਦੇ ਹਾਂ ਸੋ ਅਸੀਂ ਪਹਿਲਾਂ ਸਟੱਡੀ ਵੀਜ਼ਾ 'ਚ ਹੈਲਪ ਕਰਦੇ ਹਾਂ ਫਿਰ ਜਦੋਂ ਸਟੱਡੀ ਵੀਜ਼ਾ ਕੰਮ ਖਤਮ ਹੋ ਜਾਂਦਾ ਆ ਜਦੋਂ ਕੈਨੇਡਾ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਚ ਜਦੋਂ ਉਹਨਾਂ ਨੇ PGWP 'ਚ ਜਾਣਾ ਜਾਂ ਸਪਾਊਜ਼ਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੀ ਉਦੋਂ ਵੀ ਮਦਦ ਕਰਨੀ ਆ PGWP ਤੋਂ ਬਾਅਦ ਚ ਸਾਡੀ ਜਿਹੜੀ ਪਾਰਟਨਰ ਟੀਮ ਹੈਗੀ ਆ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਜੋ ਰਿਕਰੂਟਮੈਂਟ ਏਜੰਸੀ ਆ ਉਹ ਉਹਨਾਂ ਨੂੰ ਜੌਬਸ 'ਚ ਹੈਲਪ ਕਰਦੀ ਆ ਸੋ ਸਾਡਾ ਜਿਹੜਾ ਰਿਸ਼ਤਾ ਹੁੰਦਾ ਹੈ ਸਟੂਡੈਂਟ ਨਾਲ ਉਹ ਬਹੁਤ ਲੰਬਾ ਚੱਲਣਾ ਹੁੰਦਾ ਆ ਅਸੀਂ ਕਿਉਂਕਿ ਅਸੀਂ ਕੈਨੇਡਾ ਬੈਠੇ ਆ ਪੂਰੀ ਜ਼ਿੰਦਗੀ ਕੈਨੇਡਾ ਦੇ ਵਿੱਚ ਹੀ ਸਾਡਾ ਸਾਰਾ ਪਰਿਵਾਰ ਸਾਡੇ ਸਾਰੇ ਇੱਥੇ ਹੀ ਅਸੀਂ ਐਸਟੈਬਲਿਸ਼ ਹੋਏ ਆ ਸੋ ਸਾਨੂੰ ਸਟੂਡੈਂਟਸ ਦੀ ਜਿਸ ਤਰੀਕੇ ਨਾਲ ਅਸੀਂ ਮਦਦ ਕਰ ਸਕਦੇ ਆ ਇੱਕ ਆਮ ਬੰਦੇ ਲਈ ਜਿਹੜਾ ਪੰਜਾਬ ਬੈਠਾ ਉਹ ਲਈ ਮੁਸ਼ਕਿਲ ਆ ਕਿਉਂਕਿ ਉਹਨਾਂ ਦੇ ਉਹ ਲਿੰਕਸ ਨਹੀਂ ਹੁੰਦੇ ਹੈਗੇ ਉਹ ਜੌਬਸ ਨਹੀਂ ਹੈਲਪ ਕਰ ਸਕਦੇ ਹੋਰ ਇਹੀ ਜੌਬਸ ਨੇ ਜਿਨ੍ਹਾਂ ਨੇ ਕੱਲ ਨੂੰ ਤੁਹਾਨੂੰ PR ਵਾਲੇ ਪਾਸੇ ਲੈ ਕੇ ਜਾਣਾ ਆ ਕਿਉਂਕਿ ਅਗਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਵੀ ਜਾਣਾ ਹੋਵੇ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਤੁਹਾਨੂੰ ਨੌਕ ਬੀ ਦੇ ਵਿੱਚ ਜੌਬ ਚਾਹੀਦੀ ਆ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਆ ਹੁਣ ਇੱਕ ਜਵਾਕ ਜਿਹੜਾ ਜਿਵੇਂ ਹੀ ਕਾਲਜ ਤੋਂ ਨਿਕਲਿਆ ਅਸੀਂ ਉਦੋਂ ਨਾਲ ਦੇ ਨਾਲ ਉਹਦੀ ਮਦਦ ਕਰ ਰਹੇ ਆ ਤੇ ਉਹ ਬੱਚੇ ਦਾ ਕਿੰਨਾ ਟਾਈਮ ਬਚ ਰਿਹਾ ਆ ਇੱਕ ਬੱਚਾ ਆ ਜਿਹਨੇ ਕਾਲਜ ਤੋਂ ਨਿਕਲਣ ਤੋਂ ਬਾਅਦ ਉਹਨੇ ਜੌਬਸ ਲੱਭਣ ਜਾਣੀਆਂ ਨੇ ਫਿਰ ਕਦੋਂ ਜੌਬ ਮਿਲੂਗੀ ਫਿਰ ਜਾ ਕੇ ਉਹਨੂੰ PR ਮਿਲਣੀ ਹੈਗੀ ਆ ਦੈਟਸ ਸਮਥਿੰਗ ਡਿਫਰੈਂਟ ਸੋ ਸਾਡੇ ਨਾਲ ਕੰਮ ਕਰਨ ਦੇ ਇਹ ਸਾਰੇ ਬੈਨੀਫਿਟਸ ਨੇ ਬੀਇੰਗ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਅਸੀਂ ਜੋ ਬਾਏ ਦ ਬੁੱਕ ਆ ਜੋ ਕੈਨੇਡੀਅਨ ਲਾਅ ਸਾਨੂੰ ਅਲਾਉ ਕਰਦਾ ਆ ਕਿਉਂਕਿ ਅਸੀਂ ICCRC ਕੰਸਲਟੈਂਟਸ ਆ ਅਸੀਂ ਕੈਨੇਡੀਅਨ ਗਵਰਨਮੈਂਟ ਵੱਲੋਂ ਆਥੋਰਾਈਜ਼ਡ ਕੰਸਲਟੈਂਟਸ ਆ ਸੋ ਅਸੀਂ ਬਾਏ ਦ ਬੁੱਕ ਚੱਲਣਾ ਹੁੰਦਾ ਆ ਸਟੱਡੀ ਪਰਮਿਟਸ ਆਰ ਦੀ ਬੈਸਟ ਅਗਰ ਲੋਕੀ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ ਅਗਰ ਉਹ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਫੋਲੋ ਕਰਨ ਤਾਂ ਉਹ ਦੇਖਣਗੇ ਕਿ ਉਦਾਹਰਨ ਦੇ ਤੌਰ ਦੇ ਉੱਤੇ ਅੱਜ ਤੋਂ ਹੀ 3-4 ਦਿਨ ਪਹਿਲਾਂ ਸਾਡੇ ਕਲਾਇੰਟ ਨਵਰੂਪ ਕੌਰ GNM ਨਰਸਿੰਗ ਕੀਤੀ ਹੋਈ ਸੀ 2010 ਦੇ ਵਿੱਚ ਤੇ ਅੱਜ ਆਪਾਂ 2021 ਚ ਐਂਟਰ ਹੋ ਚੁੱਕੇ ਆ ਜਨਵਰੀ ਬੈਚ ਵਾਸਤੇ ਉਹਨਾਂ ਦਾ ਕੀ ਨਾਮ ਹੈ 3-4 ਦਿਨ ਪਹਿਲਾਂ ਹੀ ਸਟੱਡੀ ਪਰਮਿਟ ਲੱਗ ਕੇ ਆਇਆ ਆ ਕਿਉਂਕਿ ਉਹ ਐਕਸਪ੍ਰੈਸ ਐਂਟਰੀ ਚ ਕੁਆਲੀਫਾਈ ਨਹੀਂ ਹੋ ਰਹੇ ਸੀਗੇ ਸੋ ਸ਼ੀ ਵਾਂਟਡ ਟੂ ਪ੍ਰੋਸੀਡ ਵਿਦ ਸਟੱਡੀ ਪਰਮਿਟ ਸੋ ਕਾਫੀ ਇੱਕ ਵਹਿਮ ਵੀ ਹੈ ਕਿ ਜ਼ਿਆਦਾ ਜਿਹਨਾਂ ਦੀ ਏਜ ਜ਼ਿਆਦਾ ਜਾਂ ਗੈਪ ਜ਼ਿਆਦਾ ਆ ਉਹਨਾਂ ਨੂੰ ਸਟੱਡੀ ਪਰਮਿਟਸ ਨਹੀਂ ਮਿਲਦੇ ਸਟੱਡੀ ਪਰਮਿਟਸ ਦੀ ਪ੍ਰੋਫਾਈਲਿੰਗ ਵਧੀਆ ਹੋਣੀ ਚਾਹੀਦੀ ਆ ਅਗਰ ਪ੍ਰੋਫਾਈਲ ਵਧੀਆ ਹੋਵੇ ਤਾਂ ਅਸੀਂ ਮਦਦ ਕਰਦੇ ਹਾਂ ਔਰ ਇੰਨਾ ਹੀ ਨਹੀਂ ਅਗਰ ਤੁਹਾਡੀ IELTS ਦਾ ਸਕੋਰ ਸਹੀ ਆ ਅਗਰ ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਨਹੀਂ ਆ ਤੇ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਆਪਣੀ ਕੋਈ ਵੀ ਸਰਵਿਸ ਫੀਸ ਨਹੀਂ ਚਾਰਜ ਕਰਦੀ ਸੋ ਅਸੀਂ ਫ੍ਰੀ ਆਫ ਕਾਸਟ ਤੁਹਾਡੀ ਫਾਈਲਿੰਗ ਕਰਦੇ ਹੈਗੇ ਆ ਅਗਰ ਤੁਹਾਡੇ 'ਚ ਕੋਈ ਗੈਪ ਨਾ ਹੋਵੇ ਜਾਂ IELTS ਸਕੋਰ ਸਹੀ ਹੋਵੇ ਤਾਂ ਤੁਸੀਂ ਸਾਡੀ ਇੰਡੀਆ ਟੀਮ ਜੋ ਮੋਹਾਲੀ ਦਾ ਸਾਡਾ ਹੈੱਡ ਆਫਿਸ ਆ ਉਹਨਾਂ ਨੂੰ ਕੰਟੈਕਟ ਕਰਕੇ ਫ੍ਰੀ ਆਫ ਕਾਸਟ ਫਾਈਲਿੰਗ ਕਰਵਾ ਸਕਦੇ ਹੋ ਬਹੁਤ ਅਹਿਮ ਗੱਲ ਕਹੀ ਕਿ ਤੁਸੀਂ ਫ੍ਰੀ ਆਫ ਕਾਸਟ ਵੀ ਮਦਦ ਕਰ ਰਹੇ ਹੋ ਕਿਉਂਕਿ ਲੋਕਾਂ ਨੂੰ ਇਸ ਵੇਲੇ ਸਹੀ ਸਲਾਹ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਜਦੋਂ ਉਹ ਸਹੀ ਸਲਾਹ ਫ੍ਰੀ ਦੇ ਵਿੱਚ ਮਿਲ ਜਾਵੇ ਤਾਂ ਲੋਕ ਹੋਰ ਖੁਸ਼ ਹੋ ਜਾਂਦੇ ਨੇ ਮੈਨੂੰ ਲੱਗਦਾ ਇਹ ਵੀਡੀਓ ਦੇਖ ਕੇ ਲੋਕਾਂ ਨੂੰ ਬਹੁਤ ਤਸੱਲੀ ਹੋਈ ਹੋਣੀ ਹੈ ਕਿ ਅਜਿਹੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੇ ਸਿੱਧੇ ਤੌਰ ਤੇ ਮੁਫਤ ਮਦਦ ਕਰਨ ਦੀ ਵੀ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰੱਖੀ ਹੋਈ ਹੈ ਪਰ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਤੋਂ ਹਟ ਕੇ ਥੋੜ੍ਹੀ ਜਿਹੀ ਗੱਲ ਕਰੀਏ PNP ਦੀ ਗੱਲ ਕਰ ਲਈ ਜਾਂ PR ਦੀ ਗੱਲ ਕਰ ਲਈਏ ਤਾਂ ਉਹ ਇਸ ਵੇਲੇ ਕਿਹੋ ਜਿਹੇ ਹਾਲਾਤ ਨੇ ਕਿਉਂਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ PR ਨੂੰ ਲੈ ਕੇ ਕਿ ਕਿਸ ਤਰੀਕੇ ਨਾਲ PR ਹੋ ਸਕਦੀ ਹੈ ਸੰਭਵ ਹੋ ਸਕਦੀ ਕੈਨੇਡਾ ਦੀ ਧਰਤੀ ਤੇ ਬਹੁਤ ਵਧੀਆ ਸਵਾਲ ਹੈਗਾ ਆ ਸੋ ਮੈਂ ਇੱਥੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਬਹੁਤ ਵੱਡਾ ਵਹਿਮ ਮਾਰਕੀਟ ਦੇ ਵਿੱਚ ਹੈਗਾ ਆ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਿਵੇਂ ਪਰ ਆਮ ਤੌਰ ਦੇ ਉੱਤੇ ਇਸ ਗੱਲ ਸੁਣਨ ਨੂੰ ਮਿਲਦੀ ਆ ਕਿ ਭਾਜੀ ਮੈਂ ਐਕਸਪ੍ਰੈਸ ਐਂਟਰੀ 'ਚ ਫਾਈਲ ਬਣਾ ਲਈ ਹੋਈ ਆ ਤੇ ਪਰ ਮੇਰੇ PNP ਨਹੀਂ ਨਿਕਲਦਾ ਪਿਆ
ਸੋ ਜੀ ਐਕਸਪ੍ਰੈਸ ਐਂਟਰੀ ਜਿਹੜੀ ਆ ਉਹ ਫੈਡਰਲ, ਜਿਵੇਂ ਆਪਾਂ ਇੰਡੀਆ 'ਚ ਕਹਿੰਦੇ ਸੈਂਟਰ ਸਰਕਾਰ ਦਾ ਇੱਕ ਪੋਰਟਲ ਆ। ਜੀ PNPs ਰੈਗੂਲੇਟਡ ਬਾਈ ਸੈਂਟਰਲ ਗਵਰਨਮੈਂਟ ਹੁੰਦੀ ਆ, ਬਟ ਸਟੇਟ ਜਿਹੜੀ ਆ ਉਹਦੇ ਸਟੇਟ ਦੇ ਵਿੱਚ ਭੂਮਿਕਾ ਹੁੰਦੀ ਆ। ਸਟੇਟ ਡਿਸਾਈਡ ਕਰਦੀ ਆ ਕਿ ਮੈਨੂੰ ਕਿਹੋ ਜਿਹੇ ਬੰਦੇ ਚਾਹੀਦੇ ਆ। ਸਟੇਟ ਡਿਸਾਈਡ ਕਰਦੀ ਆ ਕਿ ਮੈਨੂੰ ਕਿਹੜੇ ਟ੍ਰੇਡਸ ਚਾਹੀਦੇ ਆ। ਸਟੇਟ ਡਿਸਾਈਡ ਕਰਦੀ ਆ ਕਿ ਮੈਨੂੰ ਕਿੰਨੀ ਗਿਣਤੀ ਚਾਹੀਦੀ ਆ। ਸੋ PNPs ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਉਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਸਾਡੇ ਨਾਲ ਕੰਮ ਕਰਨ ਦੇ ਕੀ ਬੈਨੀਫਿਟਸ ਹੁੰਦੇ ਆ। ਸੋ ਸਾਡੇ ਕੋਲ ਇੱਕ ਇੰਡੀਵਿਜੂਅਲ ਆ, ਉਹ ਇੰਡੀਵਿਜੂਅਲ ਕਵੇ ਕਿ ਮੈਂ ਭਾਜੀ PNPs 'ਚ ਅਪਲਾਈ ਕਰਨਾ ਚਾਹੁੰਦਾ ਹਾਂ। ਸੋ ਅਸੀਂ ਉਸ ਇੰਡੀਵਿਜੂਅਲ ਨੂੰ ਹਰੇਕ PNP ਦੀ ਸਪੋਰਟ ਪ੍ਰੋਵਾਈਡ ਕਰਦੇ ਹੈਗੇ ਜਿੱਥੇ ਜਿੱਥੇ ਉਹ ਕੁਆਲੀਫਾਈ ਹੁੰਦਾ ਹੋਵੇ। ਨਿਊ ਫਾਊਂਡਲੈਂਡ ਲੈਬਰਾਡੋਰ ਦਾ ਇੱਕ ਪ੍ਰੋਗਰਾਮ 2 ਜਨਵਰੀ ਨੂੰ ਸ਼ੁਰੂ ਹੋਇਆ ਸੀਗਾ। ਜੀ ਅੱਜ 13 ਫਰਵਰੀ ਆ, ਅੱਜ ਤੋਂ ਤਕਰੀਬਨ ਹਫਤਾ ਪਹਿਲਾਂ ਉਹਨਾਂ ਨੇ ਉਸ ਪ੍ਰੋਗਰਾਮ ਦੇ ਉੱਤੇ ਪੌਜ਼ ਲਾਤਾ। ਸੋ ਦੈਟ ਮੀਨਸ ਕਿ 1 ਮਹੀਨੇ ਦੇ ਵਿੱਚ ਹੀ ਹੁਣ ਕਿਹੋ ਜਿਹੇ ਵਿਦਿਆਰਥੀ ਹੋਣਗੇ ਜਾਂ ਕਿਹੋ ਜਿਹੇ ਕੈਂਡੀਡੇਟਸ ਹੋਣਗੇ ਜਿਹੜੇ 1 ਮਹੀਨੇ 'ਚ ਕੁਆਲੀਫਾਈ ਕਰ ਸਕਦੇ ਹੋਣਗੇ। ਉਹੀ ਕੈਂਡੀਡੇਟਸ ਜਿਨ੍ਹਾਂ ਦੀਆਂ ਫਾਈਲਸ ਸਾਡੇ ਕੋਲ ਆਲਰੇਡੀ ਰੈਡੀ ਪਈਆਂ ਸੀ ਤੇ ਜੀ ਅਸੀਂ ਰਾਈਟ ਵੇ ਉਹਨਾਂ ਨੂੰ ਸਬਮਿਟ ਕਰਨ 'ਚ ਕਾਮਯਾਬ ਹੋਏ, ਉਹੀ ਕੈਂਡੀਡੇਟਸ ਕੁਆਲੀਫਾਈ ਹੋਣਗੇ। ਜਿਹੜੇ ਲੋਕ ਸਿਰਫ ਵੇਟ ਕਰਨਗੇ ਕਿ ਜਦੋਂ ਕੋਈ PNP ਖੁੱਲੂਗੀ ਮੈਂ ਉਦੋਂ ਆਪਣੇ ਡਾਕੂਮੈਂਟੇਸ਼ਨ ਤਿਆਰ ਕਰੂੰਗਾ, ਉਹ ਕਾਫੀ ਓਪਰਚੁਨਿਟੀਜ਼ ਗਵਾ ਦੇਣਗੇ। ਜੀ ਜਿਵੇਂ ਅੱਜ ਵਾਲਾ ਹੀ ਡਰਾ ਆ, ਇੱਕ ਐਗਜ਼ਾਮਪਲ ਦੇ ਰਿਹਾ, 27,000 ਬੰਦਾ ਪਿਕ ਹੋਇਆ। ਇਹਦੇ ਵਿੱਚ ਤੁਸੀਂ ਅੱਜ ਸ਼ਾਮ ਤੱਕ ਦੇਖਿਓ, ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਹਾਂ, ਇਹ ਮੇਰੀ ਕਮਿਟਮੈਂਟ ਆ ਤੁਹਾਨੂੰ। ਆਪਾਂ ਨਹੀਂ ਤਾਂ ਕੱਲ ਸਵੇਰੇ ਦੁਬਾਰਾ ਤੋਂ ਗੱਲ ਕਰ ਲਿਓ। ਜੀ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਬਹੁਤ ਲੋਕੀ ਇਹ ਕਹਿਣਗੇ ਯਾਰ ਮੈਂ ਤਾਂ ਪ੍ਰੋਫਾਈਲ ਹੀ ਨਹੀਂ ਬਣਾਈ, ਮੇਰਾ ਸਕੋਰ ਤਾਂ ਕਹਿੰਦਾ 300 ਬਣਦਾ ਸੀ 350। ਸੋ ਇਹ ਛੋਟੀਆਂ ਛੋਟੀਆਂ ਮਿਸਟੇਕਸ ਨੇ ਜਿਹੜੀਆਂ ਕਿਤੇ ਨਾ ਕਿਤੇ ਵੱਡੇ ਨੁਕਸਾਨ ਬਣ ਕੇ ਸਾਹਮਣੇ ਆਉਂਦੀਆਂ ਨੇ। ਸੋ ਤੁਹਾਡੀ ਪ੍ਰੋਫਾਈਲਿੰਗ ਜਿਹੜੀ ਆ ਉਹ ਪਹਿਲੇ ਦਿਨ ਰੈਡੀ ਹੋਈ ਹੋਣੀ ਚਾਹੀਦੀ ਆ। ਹੁਣ ਜੀ ਜਿਵੇਂ ਨਰਸਿਸ ਨੇ, ਨਰਸਿਸ ਦੀ ਪ੍ਰੋਫਾਈਲ ਬਹੁਤ ਵਧੀਆ ਆ। ਕਾਫੀ ਪ੍ਰੋਵਿੰਸਿਸ ਨੇ ਜਿੱਥੇ ਨਰਸਿਸ ਪਿਕ ਹੁੰਦੀਆਂ ਨੇ। ਨੋਵਾ ਸਕੋਸ਼ੀਆ ਬਹੁਤ ਵਧੀਆ ਪ੍ਰੋਵਿੰਸ ਆ, ਵਨ ਆਫ ਦਾ ਬੈਸਟ ਪ੍ਰੋਵਿੰਸ ਫॉर ਨਰਸਿਸ। ਪਿੱਛੇ ਜੇ ਓਨਟਾਰੀਓ ਦਾ ਇੱਕ ਡਰਾ ਨਿਕਲਿਆ ਸੀਗਾ, ਉਸ ਦੇ ਵਿੱਚ ਵੀ ਨਰਸਿਸ ਪਿਕ ਹੋਈਆਂ। ਸੋ ਪਰ ਉਹ ਪਿਕ ਕੌਣ ਹੋਊਗਾ ਜਿਨ੍ਹਾਂ ਦੀ ਫਾਈਲਸ ਆਲਰੇਡੀ ਰੈਡੀ ਆਲਰੇਡੀ ਨੇ, ਜਿਨ੍ਹਾਂ ਤਿਆਰ ਦੀ ਹੈਗੀ, ਫਾਈਲ ਕਿਉਂਕਿ ਸਬਮਿਸ਼ਨ ਹੋਈ ਆ। ਅਸੀਂ ਕਈ ਵੇਲੇ ਅਣਗਹਿਲੀ ਕਰ ਲੈਂਦੇ ਆ ਤੇ ਜੇ ਕਿਸੇ ਨੇ ਜੂਨ ਇਨਟੇਕ ਕਰਨਾ ਜਾਂ ਸਤੰਬਰ ਇਨਟੇਕ ਕਰਨਾ ਤਾਂ ਉਹਨਾਂ ਨੂੰ ਆਪਣੀ ਫਾਈਲਿੰਗ ਪਹਿਲੇ ਹੀ ਤਿਆਰ ਰੱਖਣੀ ਚਾਹੀਦੀ ਹੈ ਇਸ ਹਿਸਾਬ ਦੇ ਨਾਲ, ਤਾਂ ਜੋ ਜਦੋਂ ਵੀ ਇੱਕ ਹਿਸਾਬ ਨਾਲ ਇਹ ਮੌਕਾ ਬਣੇ ਤਾਂ ਉਸ ਤੋਂ ਪਹਿਲਾਂ ਹੀ ਤੁਹਾਡੀ ਫਾਈਲ ਤਿਆਰ ਹੋਵੇ, ਉਹ ਰਾਈਟ ਅਵੇ ਉਸੇ ਵੇਲੇ ਆਪਾਂ ਕਹਿ ਲਈਏ ਉਹ ਅਪਲਾਈ ਕਰ ਦਿੱਤਾ ਜਾਵੇ ਤਾਂ ਮੌਕਾ ਵਧੀਆ ਬਣ ਜਾਂਦਾ। ਬਿਲਕੁਲ। ਜਿਵੇਂ ਸਸਕੈਚੁਅਨ ਦਾ ਬਹੁਤ ਵਧੀਆ ਪ੍ਰੋਗਰਾਮ ਹੈ। ਸਸਕੈਚੁਅਨ ਦੇ ਵਿੱਚ ਕੁਝ ਲਿਸਟ ਨੇ ਜਿਹੜੇ ਲੋਕੀ ਨਹੀਂ ਕੁਆਲੀਫਾਈ ਕਰਦੇ, ਬਾਕੀ ਹਰੇਕ ਬੰਦਾ ਸਸਕੈਚੁਅਨ SINP ਪ੍ਰੋਗਰਾਮ ਲਈ ਕੁਆਲੀਫਾਈ ਕਰਦਾ ਹੁੰਦਾ। ਸ਼ਰਤ ਸ਼ਰਤ ਹੈ ਨਹੀਂ, ਜ਼ਿਆਦਾ ਚੰਗੇ ਕੇਸਿਸ ਜਾਂ ਅਗਰ ਮੈਂ ਰੈਂਡਮਲੀ ਗੱਲ ਕਰਨਾ ਹੋਵੇ ਤਾਂ ਕਿਹੜੇ ਕੇਸਿਸ ਹੋਣਗੇ, ਜਿਹੜੇ ਬੰਦੇ ਮਾਸਟਰ ਡਿਗਰੀ ਹੋਲਡਰਸ ਹੋਣ, 10 ਸਾਲ ਦਾ ਤਜਰਬਾ ਹੋਵੇ, ਠੀਕ ਠਾਕ ਆਇਲਟਸ ਦਾ ਸਕੋਰ ਲੈਂਦੇ ਹੋਣ, ਦੇ ਕੁਆਲੀਫਾਈ ਫॉर SINP। SINP ਇਜ਼ ਅ ਗੁੱਡ ਪ੍ਰੋਗਰਾਮ ਫॉर them। ਕਾਫੀ ਸਾਡੇ ਜਿਵੇਂ ਆਪਾਂ ਇਸ ਟਾਈਮ ਗੱਲ ਕਰ ਰਹੇ ਹੈਗੇ ਆ PNPs ਦੇ ਵਿੱਚ, ਇਹ ਤਾਂ ਹੋ ਗਈਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਜਾਂ ਜਿਹੜੇ ਇਹੋ ਜਿਹੇ ਟ੍ਰੇਡਸ ਨੇ। ਕਾਫੀ ਐਸੀਆਂ PNPs ਵੀ ਹੈਗੀਆਂ ਨੇ ਜਿਹਨਾਂ ਨੂੰ ਅਸੀਂ ਇਨਵੈਸਟਰਸ ਜਾਂ ਐਂਟਰਪ੍ਰੈਨਿਓਰਸ ਦੇ ਤੌਰ ਤੇ ਦੇਖਦੇ ਹਾਂ। ਕੈਨੇਡਾ ਦਾ ਇੱਕ ਖੂਬੀ ਰਹੀ ਆ, ਅਗਰ ਤੁਸੀਂ ਧਿਆਨ ਦਿੱਤਾ ਹੋਵੇ, ਭਾਵੇਂ ਉਹ ਜਗਮੀਤ ਸਿੰਘ ਹੋਣ, ਭਾਵੇਂ ਉਹ ਜਸਟਿਨ ਟਰੂਡੋ ਹੋਣ, ਭਾਵੇਂ ਉਹ ਕੰਜ਼ਰਵੇਟਿਵਸ ਦੇ ਲੀਡਰ ਹੋਣ, ਤਿੰਨੋਂ ਲੀਡਰਸ ਜਦੋਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਹਿਊਮਨ ਰਾਈਟਸ ਵਾਇਲੇਸ਼ਨਸ ਹੋਣ, ਤਿੰਨੋਂ ਲੀਡਰਸ ਦੀ ਇੱਕੋ ਹੀ ਆਵਾਜ਼ ਆਈ ਆ। ਭਾਵੇਂ ਉਹ ਫਾਰਮਿੰਗ ਦਾ ਇਸ਼ੂ ਪੰਜਾਬ ਦੇ ਵਿੱਚ ਹੋਵੇ, ਤਿੰਨੋਂ ਲੀਡਰਸ ਨੇ ਖੁੱਲ੍ਹ ਕੇ ਫਾਰਮਿੰਗ ਨੂੰ ਸਪੋਰਟ ਕੀਤੀ, ਹਿਊਮਨ ਰਾਈਟਸ ਵਾਇਲੇਸ਼ਨਸ ਦੇ ਅਗੇਂਸਟ ਆਪਣੀ ਆਵਾਜ਼ ਬੁਲੰਦ ਕੀਤੀ ਹੈਗੀ ਆ। ਸੋ ਇਸ ਚੀਜ਼ ਦੇ ਉੱਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਜੀ ਉਸੇ ਫਾਰਮਿੰਗ ਨੂੰ ਦੀ ਗੱਲ ਕਰਨ ਲੱਗਿਆ ਸੀਗਾ ਕਿ ਸਸਕੈਚੁਅਨ ਦਾ ਪ੍ਰੋਗਰਾਮ ਆ ਜਾਂ ਹੋਰ ਵੀ ਕਈ ਪ੍ਰੋਗਰਾਮ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਫਾਰਮਰਸ ਇਨਵੈਸਟਰ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰਦੇ ਆ ਕਿ ਉਹ ਇੱਥੇ ਆ ਕੇ ਐਗਰੀਕਲਚਰ ਲੈਂਡ ਖਰੀਦਣ, ਇਨਵੈਸਟ ਕਰਨ ਅਤੇ PNPs ਲੈ ਕੇ ਜਾਂ ਪਰਮਾਨੈਂਟ ਰੈਜ਼ੀਡੈਂਸੀ ਲੈਣ। ਜਾਂ ਕਾਫੀ ਬਿਜ਼ਨਸਮੈਨ ਨੇ ਸਾਡੇ ਕੋਲੇ ਲੁਧਿਆਣੇ ਤੋਂ ਕਾਫੀ ਇਹੋ ਜਿਹੇ ਕੇਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਬਿਜ਼ਨਸਮੈਨ ਨੇ ਉਹ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਲੈ ਕੇ ਫੈਮਿਲੀ ਸਮੇਤ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਚਾਹੁੰਦੇ ਹੁੰਦੇ ਆ। ਸੋ ਕਾਫੀ ਐਸੀਆਂ ਆਪਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਗੱਲ ਕਰਨੀ, ਕਈ ਵਾਰੀ ਆਪਾਂ ਘਰੇ ਬੈਠੇ ਹੁੰਦੇ ਆ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਵੀ ਕੁਆਲੀਫਾਈ ਕਰ ਸਕਦੇ ਹਾਂ। ਸੋ ਲਾਇਸੈਂਸ ਕੰਸਲਟੈਂਟਸ ਨਾਲ, ਉਹਨਾਂ ਦੀ ਟੀਮ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਆ। ਹੋ ਸਕਦਾ ਹੈ ਕਿ ਜਿਹੜੇ 12 ਲੱਖ ਬੰਦੇ ਕੈਨੇਡਾ ਨੇ ਕੈਨੇਡਾ 'ਚ ਲੈ ਕੇ ਆਉਣੇ ਆ, ਉਹਨਾਂ ਵਿੱਚ ਸ਼ਾਇਦ ਆਪਾਂ ਵੀ ਇੱਕ ਹੋਈਏ। ਜੀ ਭਾਜੀ, ਬਹੁਤ ਸਾਰੀਆਂ ਗੱਲਾਂ ਇਸ ਚੀਜ਼ ਨੂੰ ਵੀ ਲੈ ਕੇ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਕਿ ਵਰਕ ਪਰਮਿਟ ਵੀ ਇਸ ਵੇਲੇ ਕਾਫੀ ਹੌਟ
ਕੇਸ ਬਣੇ ਹੋਏ ਨੇ ਇਸ ਵੇਲੇ, ਤੇ ਉਹਦੇ ਵਿੱਚ ਵੀ ਬਹੁਤ ਸਾਰੇ ਮੌਕੇ ਇਸ ਵੇਲੇ ਕੈਨੇਡਾ ਗਵਰਨਮੈਂਟ ਜਿਹੜੀ ਆ ਉਹ ਦੇ ਰਹੀ ਹੈ। ਵਰਕ ਪਰਮਿਟ ਦੇ ਵਿੱਚ ਕਿਹੜੀਆਂ ਇਸ ਵੇਲੇ ਸਕੀਮਾਂ ਚੱਲ ਰਹੀਆਂ ਨੇ, ਜਾਂ ਕਿਹੜੇ ਮੌਕੇ ਜਿਹੜੇ ਲੋਕ ਨੇ ਉਹ ਗ੍ਰੈਬ ਕਰ ਸਕਦੇ ਨੇ? ਸੋ ਵਰਕ ਪਰਮਿਟਸ ਦੇ ਉੱਤੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ। ਵਰਕ ਪਰਮਿਟਸ ਨੂੰ ਮੈਂ ਦੋ ਹਿੱਸਿਆਂ 'ਚ ਡਿਵਾਈਡ ਕਰ ਲੈਂਦਾ ਆ ਸੋ that ਸਰੋਤਿਆਂ ਨੂੰ ਸਮਝਣ ਸੌਖਾ ਹੋਵੇ। ਇੱਕ ਹੈਗਾ ਆ ਕਿ ਮੈਂ ਟੂਰਿਸਟ ਹਾਂ, ਮੈਂ ਕੈਨੇਡਾ ਦੇ ਵਿੱਚ ਬੈਠਾ ਆ ਤੇ ਮੈਂ ਟੂਰਿਸਟ ਵੀਜ਼ਾ ਤੋਂ ਵਰਕ ਪਰਮਿਟ ਕਨਵਰਟ ਕਰਾਉਣਾ ਚਾਹੁੰਦਾ। ਜਿਹੜਾ ਤਾਂ ਹੈਗਾ ਇਹ ਵਾਲਾ ਪ੍ਰੋਗਰਾਮ, ਇਸ ਪ੍ਰੋਗਰਾਮ ਵਾਸਤੇ ਅਸੀਂ ਹਰੇਕ ਤਰੀਕੇ ਦੇ ਨਾਲ ਇਸ ਸਰੋਤਿਆਂ ਦੀ ਮਦਦ ਕਰ ਸਕਦੇ ਹਾਂ, ਭਾਵੇਂ ਉਹ ਫਾਰਮਿੰਗ ਦੀਆਂ ਹੋਣ ਜਾਂ ਨੌਕਰੀ ਦੀਆਂ ਹੋਣ ਜਾਂ ਫੂਡ ਸੁਪਰਵਾਈਜ਼ਰ ਦੀ ਹੋਣ, ਐਨੀਥਿੰਗ ਕੋਈ ਵੀ ਹੋਵੇ ਤੇ ਅਸੀਂ ਉਸ ਦੇ ਲਈ ਕਿੰਨਾ ਮਦਦ ਕਰ ਸਕਦੇ ਹਾਂ। ਜਿਹੜੇ ਆਊਟਸਾਈਡ ਕੈਨੇਡਾ ਨੇ, ਆਊਟਸਾਈਡ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪੰਜਾਬ ਤੋਂ ਖਾਸ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਵੱਧ ਰਿਸਪੌਂਸ ਮਿਲਦਾ ਪਿਆ ਆ ਉਹ ਹੈਗਾ ਫਾਰਮਿੰਗ ਨੂੰ ਲੈ ਕੇ, ਫਾਰਮਿੰਗ ਵਰਕ ਪਰਮਿਟਸ ਨੂੰ ਲੈ ਕੇ। ਇੱਥੇ ਮੈਂ ਇੰਨਾ ਜ਼ਰੂਰ ਕਲੀਅਰ ਕਰਨਾ ਚਾਹ ਰਿਹਾ ਕਿ ਡਿਊ ਟੂ ਪੈਂਡੇਮਿਕ ਅਸੀਂ ਸਿਰਫ ਫਾਈਲਸ ਕਲੈਕਟ ਕਰ ਰਹੇ ਹਾਂ, ਫਾਈਲਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਰਹੇ ਹਾਂ, ਸਬਮਿਸ਼ਨਸ ਨਹੀਂ ਕਰ ਰਹੇ ਹਾਂ ਅਜੇ, ਬਿਕੋਜ਼ ਜਦ ਤੱਕ ਉਹ ਬਾਰਡਰ ਨਹੀਂ ਖੁੱਲ ਰਿਹਾ ਹੈਗਾ, ਅਗਰ ਉਹ LMIs ਅਪਰੂਵ ਵੀ ਕਰਵਾ ਲਈਆਂ ਜਾਣ, ਉਹਨਾਂ ਦੇ ਨਾਮ ਪਵਾ ਲਏ ਜਾਣ, ਤਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ। ਸੋ ਵੀ ਆਰ ਜਸਟ ਕੀਪਿੰਗ ਕਿ ਹਾਂ ਜਿਹੜੇ ਸਰੋਤੇ ਨੇ ਉਹਨਾਂ ਦੀਆਂ ਫਾਈਲਸ ਰੈਡੀ ਕਰਕੇ ਰੱਖੀਏ, ਜਿਵੇਂ ਹੀ ਬਾਰਡਰ ਖੁੱਲਣਗੇ ਸਾਨੂੰ ਜ਼ਿਆਦਾ ਟਾਈਮ ਨਾ ਲੱਗੇ, ਅਸੀਂ ਸਿਰਫ LMIs ਵਿੱਚ ਪਾ ਕੇ ਅਸੀਂ ਸਬਮਿਸ਼ਨ ਕਰਨ ਜੋਗੇ ਹੋਈਏ। ਸੋ ਵਰਕ ਪਰਮਿਟ ਦੇ ਵਿੱਚ ਫਾਰਮਿੰਗ ਜਿਹੜੀ ਆ ਦੈਟਸ ਅ ਰੀਅਲੀ ਗੁੱਡ ਸਟਰੀਮ। ਤੁਸੀਂ ਇੱਕ ਗੱਲ ਅਗਰ ਨੋਟਿਸ ਕਰੋ, ਪਿਛਲੀ ਜਿਹੜੀ 1 ਸਾਲ 1.5 ਸਾਲ ਦੇ ਵਿੱਚ ਕੈਨੇਡਾ ਨੇ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਭਾਵੇਂ ਉਹ ਐਗਰੀ ਪਾਇਲਟ ਪ੍ਰੋਗਰਾਮ ਹੋਵੇ, ਭਾਵੇਂ ਉਹ RINP ਦਾ ਪ੍ਰੋਗਰਾਮ ਹੋਵੇ, ਭਾਵੇਂ ਐਗਰੀਕਲਚਰ ਦੀ ਫਾਰਮਿੰਗ ਦਾ ਪ੍ਰੋਗਰਾਮ ਹੋਵੇ। ਸੋ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਬੂਸਟ ਕਰਨ ਲਈ ਐਗਰੀਕਲਚਰ ਇੰਡਸਟਰੀ ਵੱਲ ਕੈਨੇਡਾ ਨੇ ਖੁੱਲ੍ਹ ਕੇ ਅਲੱਗ-ਅਲੱਗ ਪ੍ਰੋਗਰਾਮਸ ਲੈ ਕੇ ਆਏ ਆ। ਸੋ ਐਗਰੀਕਲਚਰ ਮੈਨੂੰ ਲੱਗ ਰਿਹਾ ਕਿ ਅਗਲੇ ਕੁਝ ਸਾਲਾਂ ਵਾਸਤੇ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਹੌਟ ਟੌਪਿਕ ਹੀ ਰਹੂਗਾ। ਜੀ ਸੋ ਕਾਫੀ ਲੋਕ ਉਸ 'ਚ ਕੁਆਲੀਫਾਈ ਕਰ ਸਕਦੇ ਨੇ, ਜਾਂ ਬੁੱਚਰਸ ਹੁੰਦੇ ਨੇ ਜਿਹੜੇ ਕੁਆਲੀਫਾਈ। ਸੋ ਕਾਫੀ ਵਰਕ ਪਰਮਿਟਸ ਨੇ, ਸਾਡੀ ਟੀਮ ਨਾਲ ਕੰਟੈਕਟ ਕਰਕੇ ਅਸੀਂ ਕਾਫੀ ਉਸ 'ਚ ਮਦਦ ਕਰ ਸਕਦੇ ਹਾਂ। ਪਰ ਜਿਹੜੇ ਬੰਦੇ ਇਸ ਟਾਈਮ ਪੰਜਾਬ ਬੈਠੇ ਨੇ ਉਹਨਾਂ ਦੀ ਸਿਰਫ ਫਾਈਲਿੰਗ ਤੇ ਕੰਮ ਹੋ ਸਕੇਗਾ। ਵਰਕ ਪਰਮਿਟ ਸਬਮਿਸ਼ਨਸ ਇਸ ਲਈ ਨਹੀਂ ਕਰ ਪਾ ਰਹੇ ਹੈਗੇ ਕਿਉਂਕਿ ਅਗਰ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਹੈਗੀ ਤੇ ਉਹ ਸਾਰਾ ਦਾ ਸਾਰਾ ਜਿਹੜਾ ਪ੍ਰੋਸੈਸ ਆ ਉਹ ਕੀਤਾ ਵੇਸਟ ਆ। ਸੋ ਤੁਹਾਡੀ ਮਿਹਨਤ ਵੀ ਵੇਸਟ, ਸਾਡੀ ਮਿਹਨਤ ਵੀ ਵੇਸਟ। ਸੋ ਵੀ ਵੁੱਡ ਰეკਮੈਂਡ ਕਿ ਫਾਈਲਿੰਗ ਰੈਡੀ ਕਰਵਾਓ, ਉਸ ਤੋਂ ਬਾਅਦ ਵੇਟ ਕਰੋ, ਲੈਟ ਦ ਔਰ ਉਮੀਦ ਹੈ ਕਿ ਕੁਝ ਕੁ ਮਹੀਨਿਆਂ ਤੱਕ ਵੈਕਸੀਨੇਸ਼ਨਸ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਸੋ ਸਾਰਾ ਕੁਝ ਸਹੀ ਹੋਣਾ ਚਾਹੀਦਾ ਹੈ, ਬਾਕੀ ਤਾਂ ਉੱਪਰ ਵਾਲਾ ਜਾਣਦਾ ਕਿ ਕਿਵੇਂ ਹੋਏਗਾ। ਬਟ ਵਰਕ ਪਰਮਿਟ ਦਾ ਇੱਕ ਤੀਸਰਾ ਪੱਖ ਹੁੰਦਾ ਹੈ ਜਿਹਨੂੰ ਸਪਾਊਜ਼ਲ ਓਪਨ ਵਰਕ ਪਰਮਿਟ ਕਿਹਾ ਜਾਂਦਾ ਆ। ਉਹ ਵੀ ਦੋ ਹਿੱਸਿਆਂ ਡਿਵਾਈਡ ਕੀਤਾ ਜਾ ਸਕਦਾ ਹੁੰਦਾ। ਇੱਕ ਹੁੰਦਾ ਕਿ ਕੋਈ ਬੱਚਾ ਸਟੂਡੈਂਟ ਦੇ ਤੌਰ ਦੇ ਉੱਤੇ ਕੈਨੇਡਾ ਆਇਆ ਆ ਤੇ ਉਹ ਮੈਰਿਡ ਆ, ਉਹਨੇ ਆਪਣਾ ਸਪਾਊਸ ਸੱਦਣਾ ਆ। ਸਾਡੇ ਕੋਲ ਬਹੁਤ ਐਸੇ ਕੇਸਿਸ ਆਉਂਦੇ ਆ ਜਿਨ੍ਹਾਂ ਦੀ ਅਸੀਂ ਇਹੋ ਜਿਹੀ ਮਦਦ ਕਰਦੇ ਹਾਂ। ਜਾਂ ਹੁੰਦੇ ਆ ਕਿ ਮੈਂ ਸਟੂਡੈਂਟ ਸੀ, ਮੈਂ ਆਪਣੀ ਪੜ੍ਹਾਈ ਖਤਮ ਕਰਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਚਲਾ ਗਿਆ, ਹੁਣ ਮੈਨੂੰ ਨੌਕ B ਦੀ ਜੌਬ ਚਾਹੀਦੀ ਆ, ਤਾਂ ਮੈਂ ਆਪਣੇ ਸਪਾਊਸ ਨੂੰ ਕੈਨੇਡਾ ਸੱਦ ਸਕਦਾ ਹਾਂ। 3 ਪੇ ਸਟਬਸ ਚਾਹੀਦੀਆਂ ਹੁੰਦੀਆਂ, ਛੋਟੀਆਂ ਮੋਟੀਆਂ ਹੋਰ ਰਿਕੁਆਇਰਮੈਂਟਸ, ਪਰ ਅਸੀਂ ਉਸ 'ਚ ਮਦਦ ਕਰਦੇ ਹਾਂ। ਮੈਂ ਇੱਥੇ ਇੱਕ ਗੱਲ ਕਹਿਣੀ ਭੁੱਲ ਗਿਆ ਪਹਿਲਾਂ, ਕਿ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਰਿਫਿਊਜ਼ਲ ਕੇਸਿਸ ਦੇ ਉੱਤੇ। ਸੋ ਭਾਵੇਂ ਉਹ ਸਟੱਡੀ ਪਰਮਿਟ ਦੇ ਕੋਈ ਰਿਫਿਊਜ਼ਲਸ ਹੋਣ, ਭਾਵੇਂ ਉਹ ਸਪਾਊਜ਼ਲ ਓਪਨ ਵਰਕ ਪਰਮਿਟ ਦੇ ਰਿਫਿਊਜ਼ਲਸ ਹੋਣ, ਲੋਕੀ ਅਸੀਂ ਕਾਫੀ ਫੇਮਸ ਹੈ ਇਸ ਗੱਲ ਲਈ ਪੰਜਾਬ ਦੇ ਵਿੱਚ ਤੇ ਹੋਰ ਜਗ੍ਹਾ ਦੇ ਵਿੱਚ ਵੀ, ਕਿ ਅਸੀਂ ਸਾਡੇ ਕੋਲੇ ਬਹੁਤ ਵੱਡੀ ਤਾਦਾਦ ਦੇ ਵਿੱਚ ਰਿਫਿਊਜ਼ਲ ਕੇਸਿਸ ਆਉਂਦੇ ਨੇ ਤੇ ਉਹਨਾਂ ਰਿਫਿਊਜ਼ਲ ਕੇਸਿਸ ਦਾ ਜਿਹੜਾ ਸਕਸੈਸ ਰੇਟ ਆ ਸਾਡਾ ਉਹ 92% ਆ। ਸੋ ਅਸੀਂ ਉਸ ਰਿਫਿਊਜ਼ਲ ਦੇ ਵਿੱਚ ਦੀ 92% ਲੋਕਾਂ ਨੂੰ ਪੋਜ਼ਿਟਿਵ ਰਿਜ਼ਲਟਸ ਕਨਵਰਟ ਕਰਵਾਇਆ। ਉਹਨਾਂ ਦੇ ਪ੍ਰੂਫਸ ਜਿਹੜੇ ਆ ਉਹ ਸਾਡੇ ਸੋਸ਼ਲ ਮੀਡੀਆਜ਼ ਦੇ ਉੱਤੇ ਜਾ ਕੇ, YouTube, Instagram, Facebook ਦੇ ਉੱਤੇ ਜਾ ਕੇ ਕਲਾਇੰਟਸ ਦੀ ਜ਼ਬਾਨੀ ਤੁਸੀਂ ਉਹ ਸਾਰਾ ਕੁਝ ਸੁਣ ਸਕਦੇ ਹੈਗੇ ਹੋ। ਸੋ ਰੈਗੂਲਰਲੀ ਅਸੀਂ ਅਪਡੇਟਸ ਦਿੰਦੇ ਰਹਿੰਦੇ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਵੀ। ਸੋ ਕੋਈ ਵੀ ਤੁਹਾਨੂੰ ਇਮੀਗ੍ਰੇਸ਼ਨ, ਭਾਵੇਂ ਉਹ ਟੂਰਿਸਟ ਪਰਮਿਟ ਹੋਵੇ, ਭਾਵੇਂ ਉਹ ਇਨਵੈਸਟਰ ਹੋਵੇ, ਇੱਥੇ ਤੱਕ ਕਿ ਜਿਹੜੇ ਟ੍ਰਿਬਿਊਨਲ ਹੀਅਰਿੰਗਸ ਹੁੰਦੀਆਂ ਨੇ ਉਹ ਮੈਂ ਆਪ ਜਾਂ ਸਾਡੇ ਜਿਹੜੇ ਡਾਇਰੈਕਟਰ ਨੇ ਤਰਨਵੀਰ, ਉਹ ਆਪ ਜਾ ਕੇ ਹੀਅਰਿੰਗ ਕਰਦੇ ਆ। ਅਸੀਂ ਸਟਾਫ ਦੇ ਉੱਤੇ ਲਾਈਕ ਹੀਅਰਿੰਗ ਨਹੀਂ ਛੱਡਦੇ ਹੈਗੇ। ਸੋ ਭਾਵੇਂ ਉਹ ਟ੍ਰਿਬਿਊਨਲ ਮੈਟਰਸ ਹੋਣ। ਸੋ ਲਾਈਕ ਇਟਸ ਨਾਟ ਕਿ ਹਾਂ ਇੱਕ ਛੋਟਾ ਜਿਹਾ ਟਾਸਕ ਫੜਿਆ ਸਟੱਡੀ ਪਰਮਿਟ ਦਾ ਤੇ ਖਤਮ ਹੋ ਗਿਆ। ਸੋ ਭਾਵੇਂ ਉਹ ਕੋਈ ਵੀ ਟਾਸਕ ਹੋਵੇ ਜੋ ਇਮੀਗ੍ਰੇਸ਼ਨ ਬੁੱਕਸ ਦੇ ਅਧੀਨ ਆਉਂਦਾ ਆ, there is nothing that we can't do। ਅਸੀਂ ਸਾਰਾ ਕੁਝ ਇਮੀਗ੍ਰੇਸ਼ਨ ਰਿਲੇਟਡ ਹਰੇਕ ਚੀਜ਼ ਲਈ ਸਪੈਸ਼ਲਾਈਜ਼ ਕਰਦੇ ਹਾਂ। ਵੀ ਹੈਵ ਅ ਹਿਊਜ ਟੀਮ। ਰੱਬ ਦੀ ਦਇਆ ਦੇ ਨਾਲ ਟੋਰਾਂਟੋ ਏਰੀਆ GTA ਦੇ ਵਿੱਚ Brampton Immigration is the biggest immigration company. We has the biggest office in this area। ਅਸੀਂ Brampton ਡਾਊਨਟਾਊਨ ਦੇ ਵਿੱਚ ਐਗਜ਼ਿਸਟ ਕਰਦੇ ਹਾਂ। ਸੋ ਇਹ ਇੱਕ ਬ੍ਰਾਂਡ ਐਸਾ ਆ ਜੋ ਤੁਹਾਡੇ ਨਾਲ ਲੰਬੇ ਸਮੇਂ ਲਈ
ਕੰਮ ਕਰੇਗਾ। ਜੀ ਸੰਦੀਪ ਭਾਜੀ, ਅਖੀਰ ਤੇ ਕਿਉਂਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਜੰਮੇ ਪਲੇ ਹੋ ਤੇ ਸਿਸਟਮ ਨੂੰ ਸਮਝਦੇ ਹੋ ਕਿ ਇਸ ਤਰੀਕੇ ਨਾਲ ਲੋਕ ਇੱਥੇ ਆਣ ਕੇ ਵੱਸ ਸਕਦੇ ਨੇ, ਕਿ ਇਸ ਤਰੀਕੇ ਨਾਲ ਪੜ੍ਹਾਈ ਕਰ ਸਕਦੇ ਨੇ, ਕਿ ਇਸ ਤਰੀਕੇ ਨਾਲ ਪੀਆਰ ਲੈ ਸਕਦੇ ਨੇ, ਕਿ ਇਸ ਤਰੀਕੇ ਨਾਲ ਕੰਮ ਸ਼ੁਰੂ ਕਰ ਸਕਦੇ ਨੇ ਜਾਂ ਕਿਸ ਤਰੀਕੇ ਨਾਲ ਇਨਵੈਸਟਮੈਂਟ ਕਰ ਸਕਦੇ ਨੇ। ਬਹੁਤ ਸਾਰੀਆਂ ਠੱਗੀਆਂ ਵੀ ਲਗਾਤਾਰ ਵੱਜ ਰਹੀਆਂ ਨੇ। ਤੁਸੀਂ ਇਸ ਪੂਰੀ ਇੰਡਸਟਰੀ ਦੇ ਨਾਲ ਜਾਣਕਾਰੀ ਆਪਣੇ ਕੋਲ ਰੱਖਦੇ ਹੋ, ਪੂਰੀ ਇੰਡਸਟਰੀ ਦੀ, ਕਿਸ ਤਰੀਕੇ ਦਾ ਇਸ ਪੂਰੇ ਮਾਹੌਲ ਦੇ ਵਿੱਚ ਕਿਸ ਤਰੀਕੇ ਨਾਲ ਠੱਗੀਆਂ ਵੱਜ ਰਹੀਆਂ ਨੇ। ਅਖੀਰ ਤੇ ਆਪਣੇ ਵੱਲੋਂ ਕੋਈ ਸੁਝਾਅ ਦੇਣਾ ਹੋਵੇ ਲੋਕਾਂ ਨੂੰ ਜਿਹੜੇ ਇਸ ਵੇਲੇ ਕੈਨੇਡਾ ਆਉਣਾ ਚਾਹੁੰਦੇ ਨੇ, ਤਾਂ ਉਹ ਕਿਹੜੀਆਂ ਚੀਜ਼ਾਂ ਤੋਂ ਸਾਵਧਾਨ ਰਹਿਣ ਤਾਂ ਜੋ ਉਹਨਾਂ ਦਾ ਕੋਈ ਵੀ ਨੁਕਸਾਨ ਜਿਹੜਾ ਹੈ ਉਹ ਨਾ ਹੋਵੇ। ਬਿਲਕੁਲ ਜੀ। ਸੋ ਬਹੁਤ ਵਧੀਆ ਸਵਾਲ ਹੈ ਤੁਹਾਡਾ। ਔਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਅਗਰ ਆਪਾਂ ਆਪਣਾ ਕਰੀਅਰ ਕਿਸੇ ਬੰਦੇ ਦੇ ਹੱਥ 'ਚ ਦੇ ਰਹੇ ਹਾਂ, ਪਹਿਲਾਂ ਸਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਉਹ ਬੰਦਾ ਕੀ ਹੈਗਾ ਆ, ਉਹ ਕੰਪਨੀ ਕੀ ਚੀਜ਼ ਹੈਗੀ ਆ। ਕੈਨੇਡਾ ਦੀ ਸਰਕਾਰ ਦੀ ਇੱਕ ਰੈਗੂਲੇਟਡ ਬੋਡੀ ਆ ਜਿਹਨੂੰ ICCRC ਕਹਿੰਦੇ ਆ। ਤੁਸੀਂ ਗੂਗਲ ਤੇ ਜਾਓ, ਮੇਰੀ ਵੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਗੂਗਲ ਤੇ ਜਾਓ, ਲਿਖੋ ਉਸ ਦੇ ਉੱਤੇ ਕਿ ਸੰਦੀਪ ਸਿੰਘ ICCRC, ਸਿਰਫ ਇੰਨਾ ਵੀ ਲਿਖੋਗੇ ਤਾਂ ਉਸ ਦੇ ਵਿੱਚ ਆਊਗਾ ਤੁਹਾਡੇ ਕੋਲ ICCRC ਦਾ ਇੱਕ ਲਿੰਕ ਆਉਂਦਾ। ਜਸਟ ਕਲਿੱਕ ਦੈਟ ਲਿੰਕ ਕਿ ਉੱਥੇ ਕਿ ਨਾਮ ਹੈ ਸੰਦੀਪ ਕੋਲ ਸੱਚੀ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਆ। ਅਗਰ ਤਾਂ ਲਾਇਸੈਂਸ ਹੈਗਾ ਆ ਦੈਨ ਆਈ ਐਮ ਰੈਗੂਲੇਟਡ, ਮੇਰੇ ਉੱਤੇ ਸਰਕਾਰ ਦਾ ਇੱਕ ਡੰਡਾ ਆ। ਅਗਰ ਮੈਂ ਉਸ ਕਿ ਨਾਮ ਹੈ ਸ਼ੈਲਫ ਤੋਂ ਮਾੜਾ ਜਿਹਾ ਵੀ ਇੱਧਰ ਉੱਧਰ ਹੋਣ ਦੀ ਟਰਾਈ ਕਰੂੰਗਾ ਤੇ ਇੱਥੇ ਰਿਸ਼ਵਤ ਦੇ ਕੇ ਕੰਮ ਨਹੀਂ ਸਰਨਾ, ਇੱਥੇ ਮੇਰਾ ਲਾਇਸੈਂਸ ਤੱਕ ਜਾਊਗਾ, ਰਾਈਟ। ਸੋ ਹੋਰ ਮੈਂ ਇੱਕ ਅੱਧੇ ਕੇਸ ਵਾਸਤੇ ਆਪਣਾ ਲਾਇਸੈਂਸ ਬਿਲਕੁਲ ਸਟੇਕ ਤੇ ਨਹੀਂ ਰੱਖੂੰਗਾ। ਇਹ ਲਾਇਸੈਂਸ ਬਹੁਤ ਮੁਸ਼ਕਿਲ ਨਾਲ ਮਿਲਦੇ ਆ, ਬਹੁਤ ਜ਼ਿਆਦਾ ਕਿ ਮਿਹਨਤ ਨਾਲ ਮਿਲਦੇ ਨੇ। ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ ਕਿ ਪੰਜਾਬ ਦੇ ਵਿੱਚ ਜਾਂ ਸਾਊਥ ਏਸ਼ੀਅਨ ਮਾਰਕੀਟ ਦੇ ਵਿੱਚ ਵੱਡੀ ਤੌਰ ਦੇ ਉੱਤੇ, ਭਾਵੇਂ ਉਹ ਚਾਈਨਾ ਹੋਵੇ, ਇੰਡੀਆ ਹੋਵੇ ਜਾਂ ਸ਼੍ਰੀਲੰਕਾ ਹੋਵੇ, ਇੱਥੇ ਖਬਰਾਂ ਬਹੁਤ ਜ਼ਿਆਦੀਆਂ ਸੁਣਨ ਨੂੰ ਮਿਲਦੀਆਂ ਨੇ। ਇੱਥੇ ਗੋਸਟ ਕੰਸਲਟੈਂਟ, ਸੋ ਕੈਨੇਡਾ ਦੀ ਸਰਕਾਰ ਨੇ ਇਹਨਾਂ ਲੋਕਾਂ ਨੂੰ ਗੋਸਟ ਕੰਸਲਟੈਂਟ ਦਾ ਨਾਮ ਦਿੱਤਾ ਹੋਇਆ ਆ। ਗੋਸਟ ਕੰਸਲਟੈਂਟ ਉਹ ਹੁੰਦੇ ਆ ਜੋ ICCRC ਕੰਸਲਟੈਂਟਸ ਨਹੀਂ ਹੁੰਦੇ। ਕੈਨੇਡਾ ਦੀ ਸਰਕਾਰ ਉਹਨਾਂ ਲੋਕਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ ਕਿ ਉਹ ਤੁਹਾਡੀ ਫਾਈਲਸ ਉੱਤੇ ਕੰਮ ਕਰਨ। ਇੱਥੇ ਤੱਕ ਮੈਂ ਇਹ ਵੀ ਦੱਸਦਾ ਕਿ ਮੇਰੇ ਕੋਲ ਇਹੋ ਜਿਹੇ ਕੇਸਿਸ ਆਉਂਦੇ, ਸਰ ਕਿ ਨਾ ਕੰਸਲਟੈਂਟ ਨੇ ਆਪਣੇ ਆਪ ਫਾਈਲ ਲਾਈ ਸੀ, ਕੰਸਲਟੈਂਟ ਨੇ ਲਾਈ ਸੀ। ਉਹ ਗੋਸਟ ਕੰਸਲਟੈਂਟ ਕੀ ਕਰਦਾ ਹੈ ਕਿ ਸੰਦੀਪ ਬਣ ਕੇ ਹੀ ਸੰਦੀਪ ਦੀ ਫਾਈਲ ਲਾ ਰਿਹਾ ਹੁੰਦਾ ਆ। ਸੋ ਕੱਲ ਨੂੰ ਕੋਈ ਡਾਕੂਮੈਂਟੇਸ਼ਨ ਦਾ ਕੋਈ ਵੀ ਰੌਲਾ ਹੁੰਦਾ ਆ ਤੇ ਤੁਸੀਂ ਜਿੰਨਾ ਮਰਜ਼ੀ ਕਹੀ ਚੱਲੋ ਕਿ ਉਹ ਕਾਗਜ਼ ਮੈਂ ਨਹੀਂ ਲਗਾਇਆ, ਐਕਚੁਅਲ ਦੇ ਵਿੱਚ ਫਾਈਲਿੰਗ ਹੀ ਤੁਸੀਂ, ਸਰਕਾਰ ਨੂੰ ਇਦਾਂ ਲੱਗ ਰਿਹਾ ਕਿ ਫਾਈਲਿੰਗ ਤੁਸੀਂ ਆਪ ਹੀ ਕਰਦੇ ਪਏ ਹੋ ਤੇ ਉਹ ਜਿਹੜਾ ਡਿਸਪਿਊਟ ਹੈਗਾ ਆ ਉਹਨੂੰ ਰਿਜ਼ੋਲਵ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਸੋ ਇਟਸ ਆਲਵੇਜ਼ ਬੈਟਰ ਕਿ ਛੋਟੀ ਸੋਚ ਦੀ ਬਜਾਏ ਵੱਡੀ ਸੋਚ ਕਰੀਏ। ਅੱਜ ਦੀ ਡੇਟ ਦੇ ਉੱਤੇ ਇੰਟਰਨੈਟ ਦਾ ਜ਼ਮਾਨਾ ਆ। 1 ਮਿੰਟ ਦੇ ਵਿੱਚ ਅਸੀਂ, ਜਿਵੇਂ ਮੈਂ ਹੁਣ ਬਰੈਂਪਟਨ ਬੈਠਾ ਆ, ਤੁਸੀਂ ਪੰਜਾਬ ਬੈਠੇ ਹੋ, ਆਪਾਂ ਗੱਲ ਕਰਦੇ ਪਏ ਹੈਗੇ ਆ। ਸੋ ਇੱਕ ਕਨਵਰਸੇਸ਼ਨ ਕਰਨ ਵਾਸਤੇ ਕੋਈ ਬਾਹਲਾ ਟਾਈਮ ਨਹੀਂ ਲੱਗਦਾ ਹੈਗਾ। ਤੁਸੀਂ ਆਪਣੇ ਕਰੀਅਰ ਨੂੰ ਪ੍ਰੋਟੈਕਟ ਕਰ ਸਕਦੇ ਹੋ, ਆਪਣੇ ਰਿਸੋਰਸਿਸ ਨੂੰ ਪ੍ਰੋਟੈਕਟ ਕਰ ਸਕਦੇ ਹੋ, ਆਪਣੀ ਫਾਈਨੈਂਸ਼ੀਅਲ ਕੈਪੈਸਿਟੀ ਨੂੰ ਵਧਾ ਸਕਦੇ ਹੋ ਐਕਚੁਅਲ ਵਿੱਚ, ਕਿਉਂਕਿ ਅਗਰ ਉਹ ਠੱਗੀ ਨਹੀਂ ਹੋਗੀ ਤਾਂ ਉਸ ਫਾਈਨੈਂਸਿਸ ਦਾ ਤੁਸੀਂ ਹੋਰ ਸਹੀ ਯੂਟਿਲਾਈਜ਼ ਕਰ ਸਕਦੇ ਹੋ। ਸੋ ਮੈਂ ਹਰ ਵਾਰੀ ਕਹਿੰਦਾ ਕਿ ਬਚੋ ਤੇ ਜ਼ਰੂਰ ਰਿਸਰਚ ਕਰੋ। 5 ਮਿੰਟ ਦਾ ਕੰਮ ਹੈ, ਗੂਗਲ ਬਹੁਤ ਵਧੀਆ ਚੀਜ਼ ਹੈਗੀ, ਆਪਾਂ ਬਹੁਤ ਆਲਤੂ ਫਾਲਤੂ ਕੰਮਾਂ ਲਈ ਉਹਨੂੰ ਯੂਜ਼ ਕਰਦੇ ਆ। ਜਿੱਥੇ ਐਵਲੀ ਚੀਜ਼ ਹੈਗੀ ਆ ਉੱਥੇ 5 ਮਿੰਟ ਦੇ ਦੇਣੇ ਚਾਹੀਦੇ। ਐਂਡ ਡੂ ਚੈੱਕ ਕਿ ਉਹ ICCRC ਕੰਸਲਟੈਂਟ ਹੈਗਾ ਕਿ ਨਹੀਂ, ਕਿਉਂਕਿ ਅੱਜ ਦੀ ਡੇਟ ਦੇ ਉੱਤੇ ਇਹ ਵੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੈਂ ਲਾਇਸੈਂਸਡ ਹਾਂ। ਉਹ ਜਦ ਬਾਅਦ ਚੋਂ ਪਤਾ ਚੱਲਦਾ ਹੈ ਕਿ ਯੂ ਆਰ ਲਾਇਸੈਂਸਡ ਬਾय ਦ ਪੰਜਾਬ ਗਵਰਨਮੈਂਟ, not even by the Indian government or Canadian government। ਸੋ ਉਹ ਪੰਜਾਬ ਗਵਰਨਮੈਂਟ ਦੇ ਲਾਇਸੈਂਸ ਨੂੰ ਕੈਨੇਡਾ ਦੀ ਸਰਕਾਰ ਕੋਈ ਮਾਨਤਾ ਨਹੀਂ ਦਿੰਦੀ। ਅਸੀਂ ਵੀ ਪੰਜਾਬ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਆ, ਪਰ ਅਸੀਂ ਨਾਲ ਦੇ ਨਾਲ ਕੈਨੇਡੀਅਨ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ। ਸਾਡਾ ਜਿਹੜਾ ਡਾਇਰੈਕਟਰ ਆ ਉਹ ਕੱਲਾ ਕੈਨੇਡੀਅਨ ਗਵਰਨਮੈਂਟ ਵੱਲੋਂ ਨਹੀਂ, ਉਹ ਸਸਕੈਚੁਅਨ ਦਾ ਵੀ ਲਾਇਸੈਂਸ ਹੋਲਡਰ ਰੱਖਦਾ, ਕਈ ਹੋਰ ਪ੍ਰੋਵਿੰਸਸ ਦਾ ਵੀ ਲਾਇਸੈਂਸ ਹੋਲਡਰ ਆ। ਸੋ ਲਾਈਕ ਅਗਰ ਇੰਨੇ ਲਾਇਸੈਂਸਿਸ ਇਕੱਠੇ ਕੀਤੇ ਆ ਅਸੀਂ ਤਾਂ ਇਸ ਲਈ ਕੀਤੇ ਆ ਕਿਉਂਕਿ ਉਹ ਸਰਕਾਰ ਦੀ ਇੱਕ ਡਿਮਾਂਡ ਆ, ਸਰਕਾਰ ਦੀ ਲੋੜ ਆ। ਔਰ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਪੰਜਾਬ 'ਚ ਐਡਵਰਟਾਈਜ਼ ਵੀ ਕੀਤਾ ਸੀਗਾ ਕਿ ਗੋਸਟ ਕੰਸਲਟੈਂਟਸ ਨਾਲ ਕੰਮ ਨਾ ਕਰੋ। ਹੁਣ ਮੈਂ ਇਸ ਗੱਲ ਤੇ ਸਮਝਦਾ ਹਾਂ, ਔਰ ਅਸੀਂ ਲਗਾਤਾਰ ਇੱਥੇ ਵੀ ਇਹ ਗੱਲ ਕਰਦੇ ਰਹੀਦਾ ਕਿ ਕੈਨੇਡਾ ਸਰਕਾਰ ਨੂੰ ਇਸ ਕੰਮ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਆ ਕਿ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾ ਸਕੇ, ਲੋਕਾਂ ਨੂੰ ਹੋਰ ਮਦਦ ਕੀਤੀ ਜਾ ਸਕੇ ਸੋ ਦੈਟ ਉਹ ਇਹਨਾਂ ਚੀਜ਼ਾਂ ਤੋਂ ਬਚਣ। ਜੀ ਸੰਦੀਪ ਭਾਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਉਚੇਚੇ ਤੌਰ ਤੇ ਕੈਨੇਡਾ ਦੀ ਧਰਤੀ ਤੋਂ ਸਾਡੇ ਦਰਸ਼ਕਾਂ ਦੇ ਲਈ, ਸਾਡੇ ਸਰੋਤਿਆਂ ਦੇ ਲਈ ਸਮਾਂ ਕੱਢਿਆ ਤੇ ਇੰਨੀ ਅਹਿਮ ਜਾਣਕਾਰੀ ਜਿਹੜੀ ਉਹਨਾਂ ਤੱਕ ਪਹੁੰਚਦੀ ਕੀਤੀ ਹੈ, ਕਿਉਂਕਿ ਬਹੁਤ ਸਾਰੇ ਲੋਕ ਲਗਾਤਾਰ ਸਾਡੇ ਤੱਕ ਇਹ ਸਵਾਲ ਪਹੁੰਚਾਉਂਦੇ ਰਹਿੰਦੇ ਨੇ, ਸੁਨੇਹੇ ਭੇਜਦੇ ਰਹਿੰਦੇ ਨੇ ਕਿ ਸਾਨੂੰ ਸਹੀ ਜਾਣਕਾਰੀ ਸਾਡੇ ਤੱਕ ਪਹੁੰਚਾ ਦਿਆ ਕਰੋ। ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਸਮਾਂ ਲੱਗੇ ਤੇ ਉਹਨਾਂ ਤੱਕ ਸਹੀ ਜਾਣਕਾਰੀ ਜਿਹੜੀ ਹੈ ਉਹ ਪਹੁੰਚਦੀ ਕਰਦੇ ਰਹੀਏ। ਤੇ ਤੁਸੀਂ ਉਚੇਚੇ ਤੌਰ ਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।
ਸੋ ਉਚੇਚੇ ਤੌਰ ਤੇ ਕੈਨੇਡਾ ਦੀ ਧਰਤੀ ਤੋਂ ਸਾਡੇ ਨਾਲ ਸੰਦੀਪ ਸਿੰਘ ਜੀ ਜੁੜੇ ਸੀ ਬਰੈਂਪਟਨ ਇਮੀਗ੍ਰੇਸ਼ਨ ਤੋਂ। ਉਹਨਾਂ ਨੇ ਸਿੱਧੇ ਤੌਰ ਤੇ ਸਾਨੂੰ तमाम ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਸਟੂਡੈਂਟ ਵੀਜ਼ਾ, PR ਜਾਂ ਇਸ ਤੋਂ ਇਲਾਵਾ ਵਰਕ ਪਰਮਿਟ ਤੇ ਕਿਸ ਤਰੀਕੇ ਨਾਲ ਕੈਨੇਡਾ ਦੀ ਧਰਤੀ ਤੇ ਆ ਸਕਦੇ। ਤਾਂ ਬਹੁਤ ਸਾਰੀਆਂ ਬਰੀਕ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਣੀ ਹੈ। ਤੁਸੀਂ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਬਹੁਤ ਬਹੁਤ ਧੰਨਵਾਦ।